ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 1366 ਤੇ 33 ਨੰਬਰ ਤੋਂ ਬਾਅਦ ਕਬੀਰ ਊਜਲ ਪਹਿਰੈ ਕਾਪਰੇ, ਪਾਨ ਸੁਪਾਰੀ ਖਾਹੇ, ਏਕਸ ਹਰ ਕੇ ਨਾਮ ਬਿਨ, ਬਾਂਧੇ ਜਮਪੁਰ ਜਾਹੇ। ਊਜਲ ਸਾਫ ਭਾਵ ਚਿੱਟੇ। ਕਬੀਰ ਊਜਲ ਪਹਿਰੈ ਕਾਪਰੇ, ਹੇ ਇਨਸਾਨ ਤੂੰ ਚਿੱਟੇ ਕੱਪੜੇ ਪਾਉਂਦਾ ਹੈ। ਕਾਪਰੇ ਮਨੇ ਕੱਪੜੇ। ਪਾਨ ਸੁਪਾਰੀ ਖਾਹੇ, ਪਾਨ ਅਤੇ ਸੁਪਾਰੀ ਖਾਂਦਾ ਹੈ। ਏਕਸ ਹਰ ਕੇ ਨਾਮ ਬਿਨ, ਪਰ ਜੇ ਤੂੰ ਨਾਮ ਨਾ ਜਪਿਆ, ਬੰਦੇ ਜਮਪੁਰ ਜਾਹੇ। ਜਿਹੜੇ ਨਾਮ ਨਹੀਂ ਜਪਦੇ ਫਿਰ ਉਹਨਾਂ ਨੂੰ ਜਿਹੜੇ ਜਮ ਨੇ ਨਾ, ਬੰਨ ਕੇ ਜਮਪੁਰੀ ਚ ਲੈ ਜਾਂਦੇ ਨੇ। ਕਬੀਰ ਸਾਹਿਬ ਦਾ ਭਾਵ ਇਹ ਨਹੀਂ ਕਿ ਤੁਸੀਂ ਚਿੱਟੇ ਕੱਪੜੇ ਨਾ ਪਾਓ ਜਾਂ ਪਾਨ ਸੁਪਾਰੀ ਨਾ ਖਾਓ, ਭਾਵ ਨਹੀਂ। ਭਾਵ ਇਹ ਅਜਿਹਾ ਨਾ ਹੋਵੇ ਕਿ ਤੁਸੀਂ ਇਹਨਾਂ ਕੰਮਾਂ 'ਚ ਲੱਗੇ ਰਹੋ, ਕੱਪੜੇ ਪਾਉਣ 'ਚ ਲੱਗੇ ਰਹੋ, ਖਾਣ ਪੀਣ 'ਚ ਲੱਗੇ ਰਹੋ, ਰੱਬ ਦਾ ਨਾਮ ਨਾ ਜਪੋ। ਰੱਬ ਦਾ ਨਾਮ ਜਪਣਾ ਜ਼ਰੂਰੀ ਹੈ। ਜੇ ਰੱਬ ਦਾ ਨਾਮ ਨਹੀਂ ਜਪਾਂਗੇ ਤਾਂ ਫਿਰ ਜਮ ਜਿਹੜਾ ਫੜ ਕੇ ਲੈ ਜਾਣਗੇ ਜਮਪੁਰੀ ਜੀ। ਇਸ ਲਈ ਸਮਝਾਇਆ ਅਮੀਰਾਂ ਨੂੰ, ਕਿਉਂਕਿ ਜਦੋਂ ਬੰਦਾ ਅਮੀਰ ਹੋ ਜਾਂਦਾ ਉਹ ਕਈ ਵਾਰੀ ਸੋਚਦਾ ਮੈਨੂੰ ਰੱਬ ਦੀ ਕੀ ਲੋੜ ਹੈ। ਰੱਬ ਕੋਲ ਤਾਂ ਗਰੀਬ ਜਾਂਦੇ ਨੇ ਮੰਗਣ, ਮੈਂ ਤਾਂ ਪਹਿਲੇ ਅਮੀਰ ਹਾਂ, ਮੈਂ ਕੀ ਮੰਗਣਾ, ਮੈਂ ਰੱਬ ਤੋਂ ਕੀ ਲੈਣਾ। ਉਹ ਵਧੀਆ ਕੱਪੜੇ ਪਾਉਂਦੇ ਨੇ, ਵਧੀਆ ਖਾਂਦੇ ਪੀਂਦੇ ਨੇ। ਕਬੀਰ ਸਾਹਿਬ ਕਹਿੰਦੇ ਕਬੀਰ ਊਜਲ ਪਹਿਰੈ ਕਾਪਰੇ, ਪਾਨ ਸੁਪਾਰੀ ਖਾਹੇ। ਜਿਹੜੇ ਚਿੱਟੇ ਕੱਪੜੇ ਪਾਉਂਦੇ ਹਨ ਅਤੇ ਪਾਨ ਖਾਂਦੇ ਨੇ, ਸੁਪਾਰੀ ਖਾਂਦੇ ਨੇ, ਏਕਸ ਹਰ ਕੇ ਨਾਮ ਬਿਨ, ਪਰ ਇੱਕ ਹਰੀ ਦੇ ਨਾਮ ਤੋਂ ਬਿਨਾਂ ਜੇ ਉਹਨਾਂ ਨੇ ਨਾਮ ਨਾ ਜਪਿਆ, ਬਾਂਧੇ ਜਮਪੁਰ ਜਾਹੇ। ਫਿਰ ਜਮਾਂ ਨੇ ਉਹਨਾਂ ਨੂੰ ਬੰਨ੍ਹ ਕੇ ਜਮਪੁਰੀ 'ਚ ਲੈ ਜਾਣਾ। ਫਿਰ ਜਮਪੁਰੀ ਨਹੀਂ ਜਾਂਦਾ। ਅਤੇ ਜਦੋਂ ਜਮਾਂ ਦੇ ਵੱਸ ਪਏਗਾ, ਕੋਈ ਪੁਲਿਸ ਦੇ ਵੱਸ ਪੈ ਜੇ ਅਤੇ ਫਿਰ ਉਹਦਾ ਕੁਟਾਪਾ ਹੀ ਹੋਏਗਾ ਨਾ। ਇਸ ਤਰ੍ਹਾਂ ਜਿਹੜਾ ਮਨੁੱਖ ਫਿਰ ਜਮਾਂ ਦੇ ਵੱਸ ਪੈਂਦਾ ਹੈ, ਜਮ ਫਿਰ ਉਹਨੂੰ ਕੁੱਟਦੇ ਨੇ, ਉਹਨੂੰ ਕੁੱਟਦੇ। ਕਿਉਂਕਿ ਪਰਮਾਤਮਾ ਨੇ ਸਾਨੂੰ ਮਨੁੱਖਾ ਜੀਵਨ ਨਾਮ ਜਪਣ ਲਈ ਦਿੱਤਾ। ਕਿਉਂਕਿ ਹੋਰ ਕੋਈ ਜੂਨੀ ਜਿਹੜੀ ਹੈ ਉਹਨੂੰ ਇੰਨੀ ਸੋਝੀ ਹੀ ਨਹੀਂ ਕਿ ਉਹ ਨਾਮ ਜਪ ਕੇ ਪਰਮਾਤਮਾ ਨੂੰ ਪ੍ਰਾਪਤ ਕਰ ਸਕੇ। ਇਹ ਗੁਣ, ਇਹ ਸੋਝੀ ਸਿਰਫ ਮਨੁੱਖ ਨੂੰ ਦਿੱਤੀ ਗਈ ਹੈ। ਜਿੰਨਾ ਦਿਮਾਗ ਮਨੁੱਖ ਨੂੰ ਮਿਲਿਆ ਹੋਰ ਕਿਸੇ ਜੂਨੀ ਨੂੰ ਵੀ ਨਹੀਂ ਮਿਲਿਆ। ਮਨੁੱਖ ਆਪਣੇ ਦਿਮਾਗ ਦੀ ਵਰਤੋਂ ਕਰਕੇ ਸ਼ੇਰਾਂ ਨੂੰ ਵੀ ਪਿੰਜਰਿਆਂ 'ਚ ਬੰਦ ਕਰ ਲੈਂਦਾ ਹੈ, ਹਾਥੀਆਂ 'ਤੇ ਵੀ ਸਵਾਰੀਆਂ ਕਰਦਾ ਹੈ। ਕਿਉਂ? ਉਹਦੇ ਕੋਲ ਦਿਮਾਗ ਹੈ। ਉਹ ਦਿਮਾਗ ਦੇ ਨਾਲ ਵੱਡੇ ਵੱਡੇ ਜਾਨਵਰਾਂ ਨੂੰ ਕਾਬੂ ਕਰ ਲੈਂਦਾ ਹੈ। ਸੋ ਇਸ ਲਈ ਪਰਮਾਤਮਾ ਕਹਿੰਦਾ ਮੈਂ ਤੈਨੂੰ ਇੰਨਾ ਕੁਝ ਦੇ ਕੇ ਭੇਜਣਾ ਅਤੇ ਤੂੰ ਜਾ ਕੇ ਮੇਰਾ ਨਾਮ ਜਪਣਾ। ਜਦੋਂ ਮਨੁੱਖ ਨਾਮ ਨਹੀਂ ਜਪਦਾ, ਗਰੀਬ ਕੋਲ ਤਾਂ ਉਂਝ ਨਾਮ ਜਪਣ ਨੂੰ ਟਾਈਮ ਹੀ ਨਹੀਂ ਹੁੰਦਾ। ਉਹਦੇ ਕੋਲ ਸਮਾਂ ਹੀ ਨਹੀਂ ਵਿਚਾਰੇ ਕੋਲ ਹੁੰਦਾ। ਕਿਉਂ? ਉਹ ਸਾਰਾ ਦਿਨ ਮਜ਼ਦੂਰੀ ਕਰਦਾ, ਥੱਕਿਆ ਟੁੱਟਿਆ ਜਾ ਕੇ ਰੋਟੀ ਪਕਾਉਂਦਾ, ਖਾਂਦਾ, ਪੈ ਜਾਂਦਾ, ਸਵੇਰੇ ਨਹਾ ਧੋ ਕੇ ਫਿਰ ਮਜ਼ਦੂਰੀ 'ਤੇ ਆ ਜਾਂਦਾ ਹੈ। ਉਹਦੇ ਕੋਲ ਤਾਂ ਨਾਮ ਜਪਣ ਨੂੰ ਸਮਾਂ ਹੀ ਨਹੀਂ ਹੈਗਾ।
ਜਿਹੜੇ ਬਹੁਤੇ ਅਮੀਰ ਨੇ ਇਹ ਨਾਮ ਜਪਣਾ ਨਹੀਂ ਚਾਹੁੰਦੇ। ਇਹ ਕਹਿੰਦੇ ਸਾਨੂੰ ਕੀ ਲੋੜ ਹੈ। ਜੇ ਨਾਮ ਜਪਦਾ ਕੋਈ ਤਾਂ ਦਰਮਿਆਨਾ ਤਬਕਾ ਜਪਦਾ, ਜਿਹੜਾ ਨਾ ਬਹੁਤਾ ਅਮੀਰ ਹੈ ਨਾ ਬਹੁਤਾ ਗਰੀਬ ਹੈ। ਉਹ ਦੇਖਿਆ ਮੈਂ ਨਾਮ ਜਪਦਾ। ਪਰ ਗੁਰਬਾਣੀ ਅਨੁਸਾਰ ਸਭ ਲਈ ਨਾਮ ਜਪਣਾ ਜ਼ਰੂਰੀ ਹੈ, ਚਾਹੇ ਬੱਚਾ ਹੈ, ਜਵਾਨ ਹੈ, ਬੁੱਢਾ ਹੈ, ਅਮੀਰ ਹੈ, ਚਾਹੇ ਗਰੀਬ ਹੈ। ਇੱਕ ਫੋਰਨ ਕੰਟਰੀ ਦੇ ਅਰਦਾਸ ਕਰਾਈ ਕੁੜੀ ਨੇ, ਮੈਂ ਜੀ ਇੱਕ ਸੁਖਮਨੀ ਸਾਹਿਬ ਦਾ ਪਾਠ ਰੋਜ਼ ਕਰਿਆ ਕਰੋ, ਫਿਰ ਤੁਹਾਡਾ ਕੰਮ ਹੋਊ। ਕਹਿੰਦੀ ਉਹ ਤਾਂ ਮੇਰੇ ਕੋਲ ਟਾਈਮ ਨਹੀਂ ਹੈ। ਮੈਂ ਫਿਰ ਨਾ ਕਰ ਫਿਰ ਤੇਰਾ ਕੰਮ ਨਹੀਂ ਹੋਣਾ। ਫਿਰ ਨਾ ਮੈਨੂੰ ਕਹੀਂ ਪਾਠ ਕਰਨਾ ਨਹੀਂ, ਉਂਝ ਕਿਵੇਂ ਹੋ ਜਾਏਗਾ ਬਈ। ਮੇਰਾ ਕੰਮ ਕਰਨ ਲਈ ਤਾਂ ਨਹੀਂ ਪਰਮਾਤਮਾ ਨੇ ਸਾਨੂੰ ਭੇਜਿਆ ਸੰਸਾਰ 'ਤੇ। ਪਰਮਾਤਮਾ ਕਹਿੰਦਾ ਠੀਕ ਹੈ ਕਿਰਤ ਕਰੋ, ਪਰ ਮੇਰਾ ਨਾਮ ਜ਼ਰੂਰ ਜਪਣਾ ਹੈ, ਨਹੀਂ ਤੇ ਫਿਰ ਜੰਮ ਬੰਨ੍ਹ ਕੇ ਇਸ ਜੀਵ ਨੂੰ ਜੰਮਪੁਰੀ 'ਚ ਲੈ ਜਾਣਗੇ। ਸੋ ਨਾਮ ਜਪਣਾ ਜ਼ਰੂਰੀ ਹੈ। ਹੁਣ ਅਮੀਰ ਦੀ ਗੱਲ ਹੋ ਰਹੀ ਨਾ, ਵੀ ਤੂੰ ਚਿੱਟੇ ਕੱਪੜੇ ਪਾਉਣਾ, ਪਾਨ ਸੁਪਾਰੀ ਖਾਣਾ, ਪਰ ਜੇ ਤੂੰ ਨਾਮ ਨਹੀਂ ਜਪਦਾ ਫਿਰ ਤੈਨੂੰ ਜੰਮਪੁਰੀ ਬੰਨ੍ਹ ਕੇ ਲੈ ਜਾਣਾ। ਸੋ ਨਾਮ ਜਪਣਾ ਜ਼ਰੂਰੀ ਹੈ। ਇਹ ਕੋਈ ਬਹਾਨਾ ਨਹੀਂ ਉੱਥੇ ਸੁਣਿਆ ਜਾਂਦਾ ਜੀ ਮੇਰੇ ਕੋਲ ਸਮਾਂ ਨਹੀਂ ਸੀ, ਜਾਂ ਮੇਰਾ ਬਿਜ਼ਨਸ ਬਹੁਤ ਵੱਡਾ ਸੀ ਮੈਂ ਉਸ 'ਚ ਹੀ ਲੱਗਾ ਰਿਹਾ ਜੀ, ਜਾਂ ਮੈਂ ਪ੍ਰਦੇਸ਼ 'ਚ ਲੈ ਗਿਆ ਜੀ ਮੈਨੂੰ 16 ਘੰਟੇ ਕੰਮ ਕਰਦਾ ਮੈਂ ਥੱਕ ਜਾਂਦਾ ਨਾ। ਉਹ ਨਹੀਂ ਸੁਣਦੇ, ਉਹ ਨਹੀਂ ਸੁਣਦੇ ਕਿ ਤੈਨੂੰ ਕਿੰਨੇ ਕਿਹਾ ਸੀ ਪ੍ਰਦੇਸ਼ ਜਾ, ਤੂੰ ਮੇਰਾ ਨਾਮ ਜਪ, ਤੂੰ ਜਿੱਥੇ ਹੈ ਉੱਥੇ ਅਮੀਰ ਹੋ ਜਾਏਗਾ, ਤੈਨੂੰ ਲੋੜ ਨਹੀਂ ਪ੍ਰਦੇਸ਼ਾਂ 'ਚ ਧੱਕੇ ਖਾਣ ਦੇ। ਸਾਨੂੰ ਅਮੀਰ ਨਾਮ ਨੇ ਕਰਨਾ, ਥਾਵਾਂ ਨੇ ਨਹੀਂ ਕਰਨਾ ਕਿਤੇ ਹੋਰ ਥਾਂ ਚੱਲ ਪਏ ਉੱਥੇ ਅਮੀਰ ਹੋ ਜਾਏਗਾ। ਅਸੀਂ ਜਿਹੜੀ ਭਜਨ ਬੰਦਗੀ ਹੈ ਮਨੁੱਖ ਨੂੰ ਅਮੀਰ ਕਰਦੀ ਹੈ, ਕਿਉਂਕਿ ਉਹ ਜੋ ਵੀ ਕੰਮ ਕਰਦਾ ਪਰਮਾਤਮਾ ਉਸ 'ਚ ਬਰਕਤ ਪਾ ਦਿੰਦਾ ਹੈ। ਨਾਮ ਜਪਣ ਵਾਲਾ ਜੋ ਵੀ ਕੰਮ ਕਰਦਾ ਪਰਮਾਤਮਾ ਉਸ 'ਚ ਬਰਕਤ ਪਾ ਦਿੰਦਾ। ਉਹ ਦੁਕਾਨ ਕਰਦਾ, ਦੁਕਾਨ 'ਚ ਵਾਧਾ ਕਰ ਦਿੰਦਾ, ਵਪਾਰ ਕਰਦਾ, ਵਪਾਰ 'ਚ ਵਾਧਾ ਕਰ ਦਿੰਦਾ, ਉਹਦੇ ਫਜ਼ੂਲ ਦੇ ਖਰਚੇ ਖਤਮ ਕਰ ਦਿੰਦਾ ਹੈ, ਬਰਕਤ ਪਾ ਦਿੰਦਾ। ਕਈਆਂ ਦੇ ਮੇਰੇ ਕੋਲ ਫੋਨ ਆਉਂਦੇ ਨੇ, ਬਾਬਾ ਜੀ ਕਮਾਈ ਤਾਂ ਬਹੁਤ ਹੈ ਪਰ ਬਰਕਤ ਨਹੀਂ ਹੈ। ਮੈਂ ਦਸਵੰਧ ਕੱਢਿਆ ਕਰੋ, ਆਪਣੀ ਕਮਾਈ ਦਿਓ, ਦਸਵੰਧ ਦਿਓ ਗੁਰੂ ਘਰ ਨੂੰ, ਫਿਰ ਤੁਹਾਡੀ ਕਮਾਈ 'ਚ ਬਰਕਤ ਹੋ ਜਾਏਗੀ। ਨਾਲ ਤੁਸੀਂ ਬਾਣੀ ਪੜ੍ਹੋ ਜਾਂ ਨਾਮ ਜਪੋ, ਦੋ ਕੰਮ ਕਰੋ। ਸਿੱਖ ਨੂੰ ਹੁਕਮ ਹੈ ਗੁਰੂ ਮਹਾਰਾਜ ਦਾ ਕਿ ਦਸਵੰਧ ਕੱਢਣਾ ਗੁਰੂ ਘਰ ਲਈ, ਕਿ ਜੇ 50,000 ਤਨਖਾਹ ਮਿਲਦੀ ਹੈ 5,000 ਗੁਰਦੁਆਰੇ ਦੇਣਾ ਹਰ ਮਹੀਨੇ, ਲੱਖ ਤਨਖਾਹ ਮਿਲਦੀ ਹੈ 10,000 ਰੁਪਏ ਦੇਣਾ, 10,000 ਮਿਲਦੀ ਹੈ 1,000 ਦੇਣਾ, ਗੁਰੂ ਘਰ ਲਈ ਦੇਣੇ ਹੀ ਦੇਣੇ। ਹੁਕਮ ਹੈ ਸਿੱਖ ਨੂੰ ਦਸਵੰਧ ਕੱਢਣਾ। ਬਹਾਨੇਬਾਜ਼ੀ ਨਹੀਂ ਸੁਣੀ ਜਾਂਦੀ, ਉੱਥੇ ਕੋਈ ਬਹਾਨੇਬਾਜ਼ੀ ਨਹੀਂ ਸੁਣੀ ਜਾਂਦੀ। ਇਸ ਲਈ ਕਬੀਰ ਸਾਹਿਬ ਕਹਿੰਦੇ ਭਾਈ ਨਾਮ ਜ਼ਰੂਰ ਜਪਣਾ ਹੈ। ਕਬੀਰ ਬੇੜਾ ਜਰਜਰਾ ਫੂਟੇ 6,000, ਹਰੂਏ ਹਰੂਏ ਤਿਰ ਗਏ, ਡੂਬੇ ਜਿਨ ਸਿਰ ਭਾਰ। ਜਰਜਰਾ ਜਿਹੜਾ ਬਹੁਤ ਪੁਰਾਣਾ ਹੋ ਜਾਏ, ਵੀ ਅੱਜ ਟੁੱਟਿਆ ਕਿ ਅੱਜ ਕੱਲ੍ਹ ਟੁੱਟਿਆ, ਉਹ ਕਹਿੰਦੇ ਜਰਜਰਾ ਜੀ। ਜੇ ਕੋਈ ਚੀਜ਼ ਭੁਰਭੁਰੀ ਹੁੰਦੀ ਹੈ ਜੀ, ਛੇਤੀ ਭੁਰ ਜਾਂਦੀ ਹੈ। ਇਹ ਸਰੀਰ ਰੂਪੀ ਜਿਹੜਾ ਬੇੜਾ ਹੈ, ਇੱਕ ਉਹਦੀ ਬੇੜੀ, ਇੱਕ ਉਹਦਾ ਬੇੜਾ। ਬੇੜੀ ਜਿਹੜੀ ਜਿਹਨੂੰ ਕਿਸ਼ਤੀ ਕਹਿੰਦੇ ਨੇ, ਹਿੰਦੀ ਨਾਵ ਕਹਿੰਦੇ ਨੇ, ਹਿੰਦੀ ਅਸੀਂ ਕਹਿੰਦੇ ਨਾਵ,
ਆਪਾਂ ਕਿਸ਼ਤੀ ਕਹਿੰਦੇ। ਉਹਦੇ ਆਲੇ ਦੁਆਲੇ ਫਟੇ ਲੱਗੇ ਹੁੰਦੇ ਨੇ ਵੀ ਸਵਾਰੀ ਸਮੁੰਦਰ 'ਚ ਦਰਿਆ ਨਾ ਡਿੱਗ ਪਵੇ। ਜਿਹੜਾ ਬੇੜਾ ਹੁੰਦਾ ਹੈ, ਤੁਲਹਾ ਜਿਹੜਾ ਹੁੰਦਾ ਹੈ, ਉਹਨੂੰ ਤੁਲਹਾ ਵੀ ਕਹਿੰਦੇ ਨੇ। ਬੇੜਾ ਜਿਹੜਾ ਬੇੜੀ ਦਾ ਥੋੜ੍ਹਾ ਜਿਹਾ ਵੱਡਾ ਹੁੰਦਾ, ਤੁਲਹਾ ਜਿਹੜਾ ਹੁੰਦਾ ਹੈ ਉਹਦੇ ਸਾਈਡਾਂ 'ਤੇ ਫਟੇ ਨਹੀਂ ਲੱਗੇ ਹੁੰਦੇ। ਬੇੜੇ ਦੇ ਤਾਂ ਲੱਗੇ ਹੁੰਦੇ, ਉਹ ਬੇੜੀ ਤਾਂ ਵੱਡਾ ਹੁੰਦਾ ਥੋੜ੍ਹਾ। ਜਿਹੜਾ ਤੁਲਹਾ ਹੁੰਦਾ ਉਹਦੇ ਸਾਈਡਾਂ 'ਤੇ ਫਟੇ ਨਹੀਂ ਲੱਗੇ ਹੁੰਦੇ। ਇਹ ਜਿਹੜਾ ਸਰੀਰ ਰੂਪੀ ਬੇੜਾ ਨੇ ਜਰਜਰਾ ਹੈ। ਫੂਟੇ 6,000, ਇਹ 'ਚ ਹਜ਼ਾਰਾਂ ਮੋਰੀਆਂ ਨੇ। ਛੇਕ ਆਪਾਂ ਛੇਕ ਕਹਿੰਦੇ ਪੰਜਾਬੀ, ਹਿੰਦੀ 'ਚ ਛੇਕ ਕਹਿੰਦੇ। ਇਹ 'ਚ ਹਜ਼ਾਰਾਂ ਮੋਰੀਆਂ ਨੇ। ਜਦੋਂ ਪਾਣੀ 'ਚ ਆਪਾਂ ਕੋਈ ਕਿਸ਼ਤੀ ਚਲਾਵਾਂਗੇ ਅਤੇ ਉਹਦੇ 'ਚ ਹੁਣ ਮੋਰੀਆਂ, ਤਾਂ ਮੋਰੀਆਂ ਰਾਹੀਂ ਪਾਣੀ ਕਿਸ਼ਤੀ ਦੇ ਵਿੱਚ ਭੱਜੇਗਾ ਅਤੇ ਡੁੱਬ ਜਾਏਗੀ, ਉਹ ਡੁੱਬ ਜਾਏਗੀ। ਹੁਣ ਇੱਥੇ ਮੋਰੀਆਂ ਕਾਹਦੀਆਂ ਨੇ? ਸਵਾਲ ਪੈਦਾ ਹੁੰਦਾ। ਕਹਿੰਦੇ ਬੇੜਾ ਸਰੀਰ ਹੈ, ਇਹ ਬਹੁਤ ਪੁਰਾਣਾ ਹੋ ਗਿਆ, ਪੁਰਪਰਾ ਹੋ ਗਿਆ, ਜਰਜਰਾ ਹੋ ਗਿਆ। ਇਹ 'ਚ ਹਜ਼ਾਰਾਂ ਹੀ ਛੇਕ ਨੇ, ਮੋਰੀਆਂ ਨੇ, ਪਾਚ ਹਜ਼ਾਰੇ ਨੁਕਸ ਨੇ। ਇਹ ਬੰਦੇ ਸਰੀਰ 'ਚ ਬੜੇ ਨੁਕਸ ਨੇ। ਹੁਣ ਬੇੜਾ ਲੱਗੇ ਡੁੱਬਣ ਕਿ ਮੋਰੀਆਂ ਨੇ ਵਿੱਚ। ਹਰੂਏ ਤਿਰ ਗਏ, ਡੂਬੇ ਜਿਨ ਸਿਰ ਭਰ। ਹਰੂਏ ਹਰੂੰਦੇ ਹੌਲੇ ਹੌਲੇ, ਜਿਹੜੇ ਹੌਲੇ ਹੌਲੇ ਸਨ ਉਹ ਤੇ ਤਰ ਗਏ, ਜਿਨ੍ਹਾਂ ਦੇ ਸਿਰ 'ਤੇ ਭਾਰ ਸੀ ਕਿਤੇ ਡੁੱਬ ਗਏ। ਇੱਥੇ ਹਰੂਏ ਹੌਲੇ ਤੋਂ ਭਾਵ ਹੈ ਜਿਨ੍ਹਾਂ ਨੇ ਪਾਪ ਕਰਮ ਨਹੀਂ ਸਨ ਕੀਤੇ, ਜਿਨ੍ਹਾਂ ਦੇ ਸਿਰ 'ਤੇ ਪਾਪਾਂ ਦਾ ਬੋਝ ਨਹੀਂ ਸੀ ਉਹ ਤੇ ਤਰ ਗਏ, ਅਤੇ ਜਿਨ੍ਹਾਂ ਦੇ ਸਿਰ 'ਤੇ ਪਾਪਾਂ ਦਾ ਬੋਝ ਸੀ ਉਹ ਡੁੱਬ ਗਏ, ਡੁੱਬ ਗਏ। ਭਾਵ ਸੰਸਾਰ ਸਮੁੰਦਰ ਦੀ ਨਿਆਈ ਹੈ, ਇਹ ਸਰੀਰ ਬੇੜੇ ਦੀ ਨਿਆਈ ਹੈ। ਹੁਣ ਬੇੜੇ 'ਚ ਨੁਕਸ ਬਹੁਤ ਨੇ, ਮੋਰੀਆਂ ਨੇ, ਨੁਕਸ ਰੂਪੀ ਮੋਰੀਆਂ ਨੇ। ਇਹ 'ਚ ਪਾਣੀ ਭਰਦਾ ਹੈ, ਫਿਰ ਡੁੱਬਦਾ ਹੈ। ਬਚਦਾ ਕੌਣ ਹੈ? ਜਿਹੜਾ ਹੌਲਾ ਹੈ। ਪਰ ਜਿਹਨੇ ਕੋਈ ਪਾਪ ਕਰਮ ਨਹੀਂ ਕੀਤਾ ਉਹ ਬਚ ਜਾਂਦਾ, ਤਰ ਜਾਂਦਾ ਹੈ। ਜਿਹਨੇ ਪਾਪ ਕਰਮ ਕੀਤੇ, ਸਿਰ 'ਤੇ ਭਾਰ ਸੀ, ਉਹ ਭਾਰ ਕਰਕੇ ਡੁੱਬ ਜਾਂਦਾ ਹੈ। ਇਸ ਲਈ ਕੌਣ ਤਰੇਗਾ ਸੰਸਾਰ ਸਮੁੰਦਰ ਤੋਂ? ਜਿਹਦਾ ਜੀਵਨ ਸਹੀ ਹੈ, ਜਿਹਨੇ ਕੋਈ ਪਾਪ ਕਰਮ ਨਹੀਂ ਕੀਤੇ, ਜੀਵਨ ਸਹੀ ਹੈ। ਸਹੀ ਜੀਵਨ ਕਿਹਦਾ ਹੈ? ਨੰਬਰ 1 ਜਿਹੜਾ ਦਸਾਂ ਨੂੰ ਦੀ ਕਿਰਤ ਕਰਦਾ। ਨੰਬਰ 2 ਨਾ ਕੋਈ ਨਸ਼ਾ ਕਰਦਾ, ਨਾ ਵੇਚਦਾ। ਨੰਬਰ 3 ਉਹ ਬਲਾਤਕਾਰ ਨਹੀਂ ਕਰਦਾ, ਉਹਦਾ ਚਾਲ ਚੱਲਣ ਉੱਚਾ ਹੁੰਦਾ। ਨੰਬਰ 4 ਉਹ ਕਿਸੇ ਨੂੰ ਜਾਤ ਜਾਂ ਧਰਮ ਦੇ ਆਧਾਰ 'ਤੇ ਨਫ਼ਰਤ ਨਹੀਂ ਕਰਦਾ। ਨੰਬਰ 5 ਉਹ ਕੌੜਾ ਨਹੀਂ ਬੋਲਦਾ, ਉਹ ਕੌੜਾ ਨਹੀਂ ਬੋਲਦਾ। ਨੰਬਰ 6 ਉਹ ਬਾਣੀ ਪੜ੍ਹਦਾ, ਨਾਮ ਜਪਦਾ ਹੈ। ਉਹਨੇ ਤਰ ਜਾਣਾ, ਉਹਨੇ ਤਰ ਜਾਣਾ। ਜਿਹਦੀ ਹਰਾਮ ਦੀ ਕਮਾਈ ਹੈ ਉਹਨੇ ਵੀ ਡੁੱਬਣਾ। ਜਿਹੜਾ ਨਸ਼ੇ ਕਰਦਾ ਜਾਂ ਵੇਚਦਾ ਉਹਨੇ ਵੀ ਡੁੱਬਣਾ। ਜਿਹੜਾ ਬਲਾਤਕਾਰੀਆ ਹੈ ਉਹਨੇ ਵੀ ਡੁੱਬਣਾ। ਜਿਹੜਾ ਜਾਤ ਧਰਮ ਦੇ ਅਨੁਸਾਰ ਦੂਜਾ ਨਫ਼ਰਤ ਕਰਦਾ ਉਹਨੇ ਵੀ ਡੁੱਬਣਾ। ਅਤੇ ਜਿਹੜਾ ਕੌੜਾ ਬੋਲਦਾ ਉਹਨੇ ਵੀ ਡੁੱਬਣਾ। ਨੁਕਸ ਨੇ ਨਾ, ਨੁਕਸ ਨੇ। ਅੰਦਰ ਬੁਰਾਈਆਂ ਨੇ। ਬੁਰਾਈਆਂ ਵਾਲਾ ਬੰਦਾ ਇਸ ਸੰਸਾਰ ਸਮੁੰਦਰ ਡੁੱਬ ਜਾਂਦਾ ਹੈ। ਜਿਹਦੇ ਅੰਦਰ ਇਹ 5 ਬੁਰਾਈਆਂ ਨਹੀਂ ਅਤੇ ਨਾਲ ਬਾਣੀ ਪੜ੍ਹਦਾ, ਨਾਮ ਜਪਦਾ, ਉਹਨੇ ਤਰ ਜਾਣਾ, ਕਿਉਂਕਿ ਉਹਦੇ ਸਿਰ 'ਤੇ ਪਾਪਾਂ ਦਾ ਭਾਰ ਨਹੀਂ ਹੈ। ਅੱਗੇ ਕਹਿੰਦੇ ਕਬੀਰ ਹਾੜ ਜਰੇ ਜਿਉ ਲਾਕਰੀ, ਕੇਸ ਜਰੇ ਜਿਉ ਘਾਸ। ਇਹ ਜਗ ਜਰਤਾ ਦੇਖ ਕੇ ਭਇਓ ਕਬੀਰ ਉਦਾਸ। ਹਾੜ ਮੈਨੇ ਹੱਡੀਆਂ, ਹੱਡ
ਜਰੇ ਮੈਨੇ ਸੜਦੇ ਨੇ, ਲਾਕਰੀ ਮੇਰੇ ਲੱਕੜੀ। ਜਦੋਂ ਬੰਦਾ ਮਰਦਾ ਤੇ ਹੱਡੀਆਂ ਇਸ ਤਰ੍ਹਾਂ ਸੜਦੀਆਂ ਨੇ ਜਿਵੇਂ ਲੱਕੜੀ ਸੜਦੀ ਹੈ। ਕੇਸ ਜਰੇ, ਵਾਲ ਇਸ ਤਰ੍ਹਾਂ ਸੜਦੇ ਨੇ ਜਿਵੇਂ ਘਾਹ ਸੜਦਾ ਅੱਗ ਤੇ। ਅੱਗ ਚਿਖਾ ਤੇ ਰੱਖਦੇ ਨਾ ਫਿਰ ਬੰਦੇ ਨੂੰ। ਹੱਡੀਆਂ ਇਸ ਤਰ੍ਹਾਂ ਸੜਦੀਆਂ ਨੇ ਜਿਵੇਂ ਲੱਕੜੀਆਂ ਸੜਦੀਆਂ ਨੇ, ਵਾਲ ਇਸ ਤਰ੍ਹਾਂ ਸੜਦੇ ਨੇ ਜਿਵੇਂ ਘਾਹ ਸੜਦਾ ਹੈ। ਇਹ ਜਗ ਜਰਤਾ ਦੇਖ ਕੇ, ਇਸ ਸੰਸਾਰ ਨੂੰ ਸੜਦਿਆਂ ਵੇਖ ਕੇ, ਜਰਤਾ ਸੜਦਿਆਂ, ਇਸ ਸੰਸਾਰ ਨੂੰ ਸੜਦਿਆਂ ਵੇਖ ਕੇ ਭਇਓ ਕਬੀਰ ਉਦਾਸ। ਕਬੀਰ ਉਦਾਸ ਹੋ ਗਏ। ਇੱਥੇ ਉਦਾਸ ਤੋਂ ਮਤਲਬ ਇੰਗਲਿਸ਼ ਦਾ ਜੋ ਸੈਡ ਹੈ ਨਾ ਸ਼ਬਦ, ਉਹ ਨਹੀਂ ਹੈ। ਅਰ ਕਹਿੰਦਾ ਹੈਪੀ, ਮੇਰੇ ਖੁਸ਼ ਹੈ। ਅੱਜ ਉਦਾਸ ਹੈ ਤੂੰ, ਸੈਡ ਹੈ ਨਹੀਂ। ਇੱਥੇ ਉਦਾਸ ਦਾ ਮਤਲਬ ਹੈ ਕਬੀਰ ਸਾਹਿਬ ਨੇ ਦੇਖਿਆ ਵੀ ਇੱਕ ਦਿਨ ਆਹ ਸਰੀਰ ਸੜ ਜਾਣਾ, ਹੱਡੀਆਂ ਸੜ ਜਾਣੀਆਂ ਨੇ, ਸਿਰ ਦੇ ਵਾਲ ਸੜ ਜਾਣੇ ਨੇ। ਜਦੋਂ ਇਸ ਤਰ੍ਹਾਂ ਸੜਦਿਆਂ ਹੋਇਆ ਵੇਖਿਆ, ਕਬੀਰ ਸਾਹਿਬ ਦਾ ਮੋਹ ਖਤਮ ਹੋ ਗਿਆ। ਇਸ ਸਰੀਰ ਨਾਲ ਜਿਹੜਾ ਮੋਹ ਸੀ ਨਾ, ਉਹ ਖਤਮ ਹੋ ਗਿਆ। ਉਹ ਸਾਧੂ ਜਿਸ ਦਾ ਮੋਹ ਖਤਮ ਹੋ ਜਾਵੇ ਅੰਦਰੋਂ, ਉਹਨੂੰ ਕਹਿੰਦੇ ਉਦਾਸੀ ਸਾਧੂ। ਉਹਨੂੰ ਕਿਹੜਾ ਸਾਧੂ ਕਹਿੰਦੇ ਨੇ? ਉਦਾਸੀ ਸਾਧੂ। ਵੀ ਇਹਦਾ ਸੰਸਾਰਿਕ ਮੋਹ ਖਤਮ ਹੋ ਗਿਆ। ਜਦੋਂ ਮੋਹ ਖਤਮ ਹੁੰਦਾ, ਅਸਲ 'ਚ ਰੱਬ ਨਾਲ ਪਿਆਰ ਹੀ ਉਦੋਂ ਪੈਂਦਾ। ਨਹੀਂ ਤਾਂ ਬੰਦਾ ਦੋ ਬੇੜੀਆਂ 'ਚ ਪੈਰ ਰੱਖੀ ਰੱਖਦਾ। ਉਹਦੇ ਰੱਬ ਨੂੰ ਵੀ ਪਿਆਰ ਕਰਦਾ ਤੇ ਸੰਸਾਰ ਨੂੰ ਵੀ ਪਿਆਰ ਕਰਦਾ ਹੈ। ਇਹ ਐ ਨਹੀਂ ਨਿਭੇਗੀ। ਪਿਆਰ ਇੱਕ ਨਾਲ ਹੀ ਹੋਇਆ ਕਰਦਾ। ਜਿਹੜਾ ਦੋ ਜਨਾਨੀਆਂ ਨੂੰ ਪਿਆਰ ਕਰੇ, ਜਿਹੜੀ ਜਨਾਨੀ ਦੋ ਬੰਦਿਆਂ ਨੂੰ ਪਿਆਰ ਕਰੇ, ਉਹ ਕੋਈ ਪਿਆਰ ਨਹੀਂ ਹੁੰਦਾ। ਉਹ ਨਹੀਂ ਪਿਆਰ ਹੋਇਆ ਕਰਦਾ। ਪਿਆਰ ਇੱਕ ਨਾਲ ਹੀ ਹੁੰਦਾ। ਜਾਂ ਸੰਸਾਰ ਨਾਲ ਕਰ ਲਓ ਜਾਂ ਫਿਰ ਰੱਬ ਨਾਲ ਕਰ ਲਓ। ਅਸੀਂ ਮੰਜ਼ਿਲ 'ਤੇ ਕਿਉਂ ਨਹੀਂ ਪਹੁੰਚਦੇ? ਅਸੀਂ ਇੱਕ ਪਾਸੇ ਨਹੀਂ ਹੁੰਦੇ। ਸੰਸਾਰਕ ਮੋਹ ਵੀ ਉਸੇ ਤਰ੍ਹਾਂ ਸਾਡੇ ਅੰਦਰ ਹੈ। ਰੱਬ ਨੂੰ ਵੀ ਅਸੀਂ ਮਿਲਣਾ ਚਾਹੁੰਦੇ ਹਾਂ, ਭਜਨ ਬੰਦਗੀ ਵੀ ਕਰਦੇ ਹਾਂ, ਪਰ ਅੰਦਰੋਂ ਮੋਹ ਨਹੀਂ ਟੁੱਟ ਰਿਹਾ। ਜਿੰਨਾ ਚਿਰ ਸੰਸਾਰਕ ਮੋਹ ਨਹੀਂ ਨਾ ਟੁੱਟਦਾ, ਇਹ ਭੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਇੱਧਰ ਲਾਉਣਾ। ਜਦੋਂ ਮਨ ਸੰਸਾਰ ਵੱਲੋਂ ਪੁੱਟਿਆ ਜਾਵੇਗਾ ਤਾਂ ਹੀ ਰੱਬ ਵਾਲੇ ਪਾਸੇ ਲੱਗੇਗਾ ਨਾ। ਹੁਣ ਪਨੀਰੀ ਜਦੋਂ ਲਾਉਣੇ ਆਪਾਂ, ਖੇਤ 'ਚ ਪੁੱਟ ਕੇ ਫਿਰ ਦੂਜੇ ਖੇਤ 'ਚ ਲਾਉਣੇ ਆ। ਜਿਹੜੇ ਕਦੇ ਜੀਰੀ ਲਾਉਂਦੇ ਦੇਖੇ ਜਾਂ ਆਪ ਲਾਈ ਹੋਣੀ ਹੈ, ਕੋਈ ਗੰਢੇ ਲਾ ਰਿਹਾ, ਪਨੀਰੀ ਲਾ ਰਿਹਾ, ਇੱਕ ਥਾਂ ਤੋਂ ਪੁੱਟ ਕੇ ਦੂਜੀ ਥਾਂ 'ਤੇ ਲਾਉਣੇ ਆਪਾਂ। ਇਹ ਮਨ ਨੂੰ ਸੰਸਾਰਕ ਮੋਹ ਤੋਂ ਪੁੱਟਣਾ, ਸੰਸਾਰ ਨਹੀਂ ਛੱਡਣਾ। ਸਿੱਖ ਧਰਮ ਕਹਿੰਦਾ ਸੰਸਾਰ ਨਹੀਂ ਛੱਡਣਾ। ਪਹਿਲਾਂ ਮਨੁੱਖ ਸੰਸਾਰ ਛੱਡ ਜਾ ਕਰਦੇ ਸਨ, ਜੰਗਲਾਂ 'ਚ ਪਹਾੜਾਂ ਦੀਆਂ ਗੁਫਾਵਾਂ 'ਚ ਚਲੇ ਜਾਂਦੇ ਸਨ ਵੀ ਸ਼ਾਇਦ ਮੋਹ ਟੁੱਟ ਜਾਵੇ। ਪਰ ਹੁਣ ਰੋਟੀ ਖਾਣੀ ਹੈ, ਰੋਟੀ ਫਿਰ ਮੰਗਣ ਲਈ ਫਿਰ ਸ਼ਹਿਰ 'ਚ ਆ ਰਹੇ ਨੇ। ਜਿਨ੍ਹਾਂ ਨੂੰ ਛੱਡ ਕੇ ਗਏ ਸਨ ਉਹਨਾਂ ਤੋਂ ਫਿਰ ਰੋਟੀ ਮੰਗਦੇ ਨੇ ਵੀ ਛੱਡੇ ਤੇ ਨਾ, ਫਿਰ ਛੱਡੇ ਤੇ ਨਾ। ਜਿਨ੍ਹਾਂ ਨੂੰ ਨਫ਼ਰਤ ਕਰਦੇ ਸਨ ਵੀ ਹਾਂਜੀ ਇਹ ਸੰਸਾਰਕ ਮੋਹ ਜੀ ਭਗਤੀ ਨਹੀਂ ਕਰ ਦਿੰਦਾ, ਉਹਨਾਂ ਸੰਸਾਰੀਆਂ ਕੋਲ ਫਿਰ ਜਾ ਕੇ ਮੰਗਦੇ ਨੇ। ਉਹ ਮੰਗਦੇ। ਅਸਲ ਜਿਹੜਾ ਸਾਧੂ ਹੁੰਦਾ ਉਹ ਮੰਗਤਾ ਨਹੀਂ ਹੁੰਦਾ, ਅਤੇ ਜਿਹੜਾ ਮੰਗਤਾ ਹੁੰਦਾ ਉਹ ਸਾਧੂ ਨਹੀਂ ਹੁੰਦਾ। ਖਿਆਲ ਰੱਖਣਾ। ਜੋ ਸਾਧੂ ਵਾਲੇ ਕੱਪੜੇ ਪਾ ਕੇ ਤੁਹਾਡੇ ਘਰ ਮੰਗਣ ਆ ਜੇ, ਉਹਨੂੰ ਸਾਧੂ ਨਹੀਂ ਸਮਝਣਾ, ਉਹਨੂੰ ਮੰਗਤਾ ਸਮਝਣਾ। ਉਹਨੂੰ ਮੰਗਤਾ ਸਮਝਣਾ, ਸਾਧੂ ਨਹੀਂ ਸਮਝਣਾ। ਉਹ ਮੰਗਤਾ ਹੈ
ਭੇਸ ਉਹਨੇ ਸਾਧੂਆਂ ਵਾਲਾ ਬਣਾ ਰੱਖਿਆ ਵੀ ਇਸ ਭੇਖ ਨੂੰ, ਪਹਿਰਾਵੇ ਨੂੰ ਵੇਖ ਕੇ ਲੋਕ ਮੈਨੂੰ ਚੀਜ਼ਾਂ ਦੇ ਦੇਣਗੇ। ਉਹ ਤਾਂ ਸਿਰਫ ਇਸ ਲਈ ਭੇਖ ਧਾਰਨ ਕੀਤਾ ਹੋਇਆ, ਅੰਦਰੋਂ ਮੰਗਤਾ ਹੀ ਹੈ। ਇਸ ਲਈ ਸਿੱਖਾਂ ਨੂੰ ਕਿਹਾ ਗੁਰੂ ਨਾਨਕ ਦੇਵ ਜੀ ਨੇ, ਤੁਸੀਂ ਸੰਸਾਰ ਨਹੀਂ ਛੱਡਣਾ। ਤੁਸੀਂ ਗ੍ਰਸਤ ਛੱਡੋਗੇ, ਫਿਰ ਰੋਟੀ ਲਈ, ਕੱਪੜਿਆਂ ਲਈ, ਜੁੱਤੀ ਲਈ ਤੁਹਾਨੂੰ ਫਿਰ ਗ੍ਰਸਤੀ ਦੇ ਘਰ ਜਾਣਾ ਪਵੇਗਾ। ਫਿਰ ਲੋੜ ਨਹੀਂ ਛੱਡਣ ਦੀ, ਫਿਰ ਲੋੜ ਨਹੀਂ ਛੱਡਣ ਦੀ ਘਰ-ਬਾਰ। ਬਸ ਸਿਰਫ ਮੋਹ ਤਿਆਗਣਾ ਹੈ। ਮੋਹ ਤਿਆਗਣ ਦਾ ਮਤਲਬ ਨਹੀਂ ਕਿ ਤੁਸੀਂ ਆਪਣੇ ਬੱਚਿਆਂ ਨੂੰ ਨਫ਼ਰਤ ਕਰਨ ਲੱਗ ਜਾਓ, ਘਰ ਨਫ਼ਰਤ ਕਰਨ ਲੱਗ ਜਾਓ, ਨਹੀਂ। ਮੋਹ ਵਿੱਚ ਆ ਕੇ ਆਪਣੇ ਪਰਿਵਾਰ ਲਈ ਕੋਈ ਗਲਤ ਕੰਮ ਨਹੀਂ ਕਰਨਾ। ਮੈਂ ਦੇਖਿਆ ਮੋਹ 'ਚ ਆ ਕੇ ਬੰਦਾ, ਚਾਹੇ ਸਰੀਰ ਨਾਲ ਮੋਹ ਹੈ ਉਹਦਾ, ਚਾਹੇ ਪਰਿਵਾਰ ਨਾਲ ਮੋਹ ਹੈ, ਇਹ ਜਿੰਨੇ ਗਲਤ ਕੰਮ ਉਹ ਕਰਦਾ ਸਿਰਫ ਮੋਹ ਕਾਰਨ ਕਰਦਾ। ਪਰਿਵਾਰ ਛੱਡਣ ਦੀ ਲੋੜ ਨਹੀਂ, ਉਹ ਮੋਹ ਛੱਡਣਾ ਹੈ। ਕਿਉਂਕਿ ਜਿੱਥੇ ਮੋਹ ਹੋਏਗਾ ਉਹ ਫਿਰ ਨਾ ਭਜਨ ਬੰਦਗੀ ਨਹੀਂ ਹੋਣ ਦਿੰਦਾ। ਭਜਨ ਬੰਦਗੀ ਜਿਹਨੇ ਕਰਨੀ ਹੈ, ਮੋਹ ਤਿਆਗਣਾ ਜ਼ਰੂਰੀ ਹੈ ਉਹਦੇ ਲਈ। ਆਪਣੇ ਪਰਿਵਾਰਕ ਡਿਊਟੀਆਂ, ਸੰਸਾਰਿਕ ਡਿਊਟੀਆਂ ਕਰਨੀਆਂ ਨੇ, ਉਹ ਨਹੀਂ ਛੱਡਣੀਆਂ, ਮੋਹ ਛੱਡਣਾ ਹੈ। ਕਰਮਚਾਰੀ ਹੈ, ਅਗਰ ਉਹਨੇ ਮੋਹ ਤਿਆਗ ਦਿੱਤਾ ਹੈ, ਉਹ ਕਦੇ ਵੀ ਰਿਸ਼ਵਤ ਨਹੀਂ ਲਏਗਾ। ਉਹ ਰਿਸ਼ਵਤ ਨਹੀਂ ਲਏਗਾ ਕਿ ਉਹਦਾ ਮਾਇਆ ਨੇ ਮੋਹ ਤਿਆਗ ਦਿੱਤਾ। ਉਹਨੇ ਜੋ ਮਰਜ਼ੀ ਪੈ ਕਰੋ, ਉਹ ਨਹੀਂ ਰਿਸ਼ਵਤ ਲਏਗਾ, ਉਹ ਹਰਾਮ ਦਾ ਪੈਸਾ ਨਹੀਂ ਲਏਗਾ, ਕਿਉਂ? ਉਹਨੇ ਮੋਹ ਹੀ ਛੱਡ ਦਿੱਤਾ ਹੈ। ਦੁੱਧ ਵੇਚ ਰਿਹਾ, ਜੇ ਉਹਨੇ ਮੋਹ ਛੱਡਦੇ ਕਦੇ ਮਿਲਾਵਟ ਨਹੀਂ ਕਰੇਗਾ। ਹਾਂ, ਉਂਝ ਕਹੇਗਾ ਜੀ ਇੰਨੇ ਰੁਪਏ ਕਿਲੋ ਮਿਲੇਗਾ ਤੁਹਾਨੂੰ, ਲੈਣੇ ਲਓ, ਨਹੀਂ ਲੈਣਾ ਨਾ ਲਓ। ਇਹ ਨਹੀਂ ਕਿ ਹਾਂ ਜੀ 60 ਰੁਪਏ ਕਿਲੋ ਮਿਲੇ ਜੀ, ਖਰਾ ਮਿਲੇਗਾ। ਕਹਿੰਦੇ ਐਂ ਹੀ ਨੇ, ਫਿਰ ਪਾਣੀ ਪੈਂਦੇ ਵਿੱਚ। ਦੁਕਾਨਦਾਰ ਕੋਲ ਤੁਸੀਂ ਸੇਬ ਲੈਣ ਚਲੇ ਜਾਓ, ਉਹ ਕਹੋ ਜੀ ਇਹ 80 ਰੁਪਏ ਕਿਲੋ ਸੇਬ ਵਧੀਆ ਨੇ। ਉਹ ਜੋ ਪਾਏਗਾ ਸੇਬ, ਇੱਕ ਜ਼ਰੂਰ ਵਿੱਚ ਖਰਾਬ ਪਾ ਦੇਗਾ। ਬੇਈਮਾਨੀ ਕੀਤੀ ਨਾ। ਜਿੱਥੇ ਮੋਹ ਹੋਏਗਾ ਉੱਥੇ ਬੇਈਮਾਨੀ ਹੋਵੇਗੀ। ਯਾਦ ਰੱਖਣਾ, ਅਗਰ ਮਾਇਆ ਨਾਲ ਮੋਹ ਹੈ ਤਾਂ ਬੇਈਮਾਨੀ ਹੋਵੇਗੀ ਹੀ ਹੋਵੇਗੀ। ਚੋਰੀ ਹੋਏਗੀ, ਡਾਕੇ ਵੱਜਣਗੇ, ਰਿਸ਼ਵਤਾਂ ਚੱਲਣਗੀਆਂ, ਕਿਉਂਕਿ ਮੋਹ ਹੈ। ਮਿਲਾਵਟਾਂ ਹੋਣਗੀਆਂ, ਨਸ਼ੇ ਵੇਚੇ ਜਾਣਗੇ, ਕਿਉਂਕਿ ਮਾਇਆ ਨਾਲ ਮੋਹ ਹੈ। ਉਹ ਦਸਾਂ ਨੌਂ ਦੀ ਕਿਰਤ ਨਾਲ ਉਹਦੀ ਤਸੱਲੀ ਨਹੀਂ ਹੋਵੇਗੀ। ਜਿਨ੍ਹਾਂ ਦਾ ਮਾਇਆ ਨਾਲ ਮੋਹ ਨਹੀਂ ਨਾ ਹੁੰਦਾ, ਉਹ ਦਸਾਂ ਨੌਂ ਦੀ ਕਿਰਤ ਕਰਦੇ ਨੇ ਬਸ। ਚਾਹੇ ਉਹਨਾਂ ਲੂਣ ਨਾਲ ਰੋਟੀ ਖਾਣੀ ਪੈ ਜੇ ਮਨਜ਼ੂਰ ਹੈ, ਅਚਾਰ ਨਾਲ ਰੋਟੀ ਖਾਣੀ ਪੈ ਜੇ ਮਨਜ਼ੂਰ ਹੈ, ਕੋਈ ਬਹੁਤਾ ਫਰਕ ਨਹੀਂ ਪੈਂਦਾ। ਅਚਾਰ ਨਾਲ ਰੋਟੀ ਖਾ ਲਈ ਕਿ 36 ਪ੍ਰਕਾਰ ਦੇ ਭੋਜਨ ਨਾਲ ਖਾ ਲਈ, ਕੋਈ ਫਰਕ ਨਹੀਂ ਪਤਾ ਪੈਂਦਾ। ਐਵੇਂ ਭੁਲੇਖਾ ਆਪਾਂ ਨੂੰ। ਸਗੋਂ ਜਿੰਨਾ ਪ੍ਰਕਾਰ ਜ਼ਿਆਦਾ ਖਾਵਾਂਗੇ ਉਨੇ ਜ਼ਿਆਦਾ ਰੋਗ ਲੱਗਦੇ ਨੇ। ਕਿਉਂ? ਬਹੁਤ ਸਾਧੋਂ ਉਪਜੈ ਰੋਗ। ਜੀਵ ਦੇ ਸਵਾਦ ਕਾਰਨ ਹੀ ਬਿਮਾਰੀਆਂ ਲੱਗਦੀਆਂ ਮਨੁੱਖ ਨੂੰ। ਜਿੰਨੇ ਜੀਵ ਦੇ ਜ਼ਿਆਦਾ ਸਵਾਦ ਹੋਣਗੇ, ਉਨੀਆਂ ਵੱਧ ਬਿਮਾਰੀਆਂ ਲੱਗਣਗੀਆਂ। ਇਸ ਲਈ ਗੁਰਬੰਦ ਸਾਡੇ ਗੁਰੂਆਂ ਨੇ ਕਿਹਾ ਕਿ ਨਹੀਂ, ਘਰ-ਬਾਰ ਨਹੀਂ ਛੱਡਣਾ, ਕੰਮ ਨਹੀਂ ਛੱਡਣਾ, ਮੋਹ ਛੱਡਣਾ ਹੈ, ਤਾਂ ਜੇ ਤੁਸੀਂ ਸਹੀ ਜੀਵਨ ਜਿਉ ਸਕੋ। ਤੇ ਕਹਿੰਦੇ ਜੋ ਦੇਖਿਆ ਇਹ ਹੱਡੀਆਂ ਇਸ ਤਰ੍ਹਾਂ ਸੜ ਰਹੀਆਂ ਜਿਵੇਂ ਲੱਕੜੀ ਹੁੰਦੀ ਹੈ, ਵਾਲ ਇਸ ਤਰ੍ਹਾਂ ਸੜ ਜਿਵੇਂ ਘਾਹ ਸੜਦਾ। ਇਸ ਤਰ੍ਹਾਂ ਸੰਸਾਰ ਨੂੰ ਸੜਦਾ ਹੋਇਆ ਵੇਖ ਕੇ ਕਬੀਰ ਸਾਹਿਬ ਉਦਾਸ ਹੋ ਗਏ, ਭਾਵ ਉਹਨਾਂ ਨੇ ਮੋਹ ਹੀ ਤਿਆਗ ਦਿੱਤਾ। ਹੁਣ ਵੀ ਜੇ ਐਂ ਹੀ ਛੱਡਣਾ ਹੀ ਹੈ ਤੇ ਫਿਰ ਇਸ ਸਰੀਰ ਲਈ ਕੀ ਲੋੜ ਹੈ ਪੁੱਠੇ ਕੰਮ ਕਰਨ ਦੇ? ਫਿਰ ਸਹੀ ਕੰਮ ਕਰੋ। ਕਬੀਰ ਸਾਹਿਬ ਉਦਾਸ ਹੋ ਗਏ, ਭਾਵ ਉਹਨਾਂ ਦੇ ਅੰਦਰ ਮੋਹ ਖਤਮ ਹੋ ਗਿਆ।
कबीर गर्भ न कीजिए, चाम लपेटे हाड़, हैवर ऊपर छतर तर, ते फुण धरनी गाड़। गर्भ हंकार नूं कहंदे ने। कबीर साहब कबीर गर्भ न कीजिए, हंकार नहीं करना चाहिए इस शरीर का। क्यों? चाम लपेटे हाड़, हड्डियां के उत्ते चामी है सिर्फ, होर की है। अंदर तो गंद मंद साडे, पेट चीर के वेखो अंदर तो गंद मंद सारा, अंदर गंद मंद। ये तो सिर कहते ना, ये शरीर ढकिया होया ढोल है, अंदर पता नहीं की कुछ है। कहते हड्डियां ने ਉਹਦੇ ਉੱਤੇ ਚੰਮ है बस, ਇਹਦਾ की कहते हंकार करना। हड्डियां ਉਹਦੇ ਉੱਤੇ ਚੰਮ है, हड्डियां चंम ਨਾਲ लपेटियां ਹੋਈਆਂ ने, इसका की हंकार करना। हैबर ऊपर, चढ़न ਨੂੰ ਘੋੜੇ ਨੇ। ਉਦੋਂ ਕਾਰਾਂ ਨਹੀਂ ਸਨ ਹੁੰਦੀਆਂ, ਹਵਾਈ ਜਹਾਜ਼ ਨਹੀਂ ਸਨ ਹੁੰਦੇ, नहीं तो कबीर साहब ने कार हवाई जहाज़ वर्णन कर देना सी। उदों सब तो वधिया सवारी घोड़े जां हाथी ही हुंदे सन। अमीर लोग घोड़ियां ते चढ़दे सन, राजे महाराजे हाथियां ते चढ़दे सन। राजे महाराजे हाथियां ते चढ़दे सन, अमीर लोग घोड़ियां ते चढ़दे सन। कहंदे हैवर उपर, घोड़े के उत्ते बैठे ने, छतर तर, छतर दे हेठा ने, सिर ते छतर है, अपने सिंघासन ते बैठे ने, सिर ते छतर है, बाहर जाना चढ़ने लई घोड़े ने। ते फुण धरनी गाड़, इन्हां नूं भी अंत नूं धरती दे विच दबे जाना है, भावें कबरां च ही जमन। क्योंकि कबीर साहब मुसलमान परिवार च पैदा होए, इसलिए उन्होंने वो शब्द ज़्यादा वरते ने। सिख हो हिंदू हो वो मड़ियाँ कहेगा, शमशान घाट कहेगा, मुसलमान हैगा वो कब्रां कहेगा, क्योंकि मुर्दे नूं मिट्टी दबदे ने, टोया पुट के, टोया पुट के वो मुर्दे नूं दबदे ने, साड़दे नहीं हैगे। वो जो टोया पुट के दब्या उन्होंने कहते कबर। धरनी धरती, हुण धरनी गाड़, धरती दे विच ही गड्ढे जांदे हन। किन्ने अमीर क्यों ना होण। इसलिए कहते अपने शरीर नूं वेख के, घोड़ियां नूं वेख के, सिर ते छतर नूं वेख के कहते हंकार नहीं करना चाहिए। अखीर नूं ते सारे ने धरती च दबे जाना, धरती च दबे जाना। फिर कीता की जगत ने कि घोड़ियां ते ना चढ़ा जाए, कि सिर ते छतर ना लै जान, ये भाव नहीं है। वो कहते घोड़े चढ़ने में बड़ी खुशी ना चढ़ो। अगर तुसी राजे महाराजे उच्चे पोस्ट जरूर अपने सिर ते छतर लो, पर रब नूं नहीं भुलना, क्योंकि एक दिन मरण तो बाद ये शरीर धरती गड्ढिया जाना। जिस शरीर का तू माण कर दे ना, जिहड़े आवाजाही के साधना तू माण कर दे, जिहड़े राज भाग का तू माण कर दे ना, अखीर नूं तेरे शरीर ने धरती विच गड्ढिया जाना है। इसलिए कहंदे दा हंकार नहीं करना, सगों परमात्मा का शुकराना करना। सच्चे पातशाह तू सोहना सुनक्खा शरीर दिता है, तू शरीर दे सारे अंग पूरे दिते ने। वो वड्डे भागां वाले लोग ने जिन्हों शरीर के सारे अंग पूरे मिले हुए हैं। किते शरीर के अंग पूरे होण, नाल सोहना सुनक्खा भी होवे, जी कहता ना वेखण नूं। एक बार मैं एक डॉक्टर ने त्रिपुरी देखे सड़क पर सैर करते हुए, दोनों
ਮੈਂ ਕਿੰਨੀ ਦੇਰ ਉਹਨਾਂ ਵੱਲ ਵੇਖਦਾ ਰਿਹਾ ਹਾਂ। ਮੈਂ ਕਿਹਾ ਪਰਸਨੈਲਿਟੀਆਂ ਨੇ, ਦੋਨਾਂ ਦਾ ਕੱਦ ਕਾਠ ਰੰਗ ਰੂਪ ਬਹੁਤ ਹੀ ਸੋਹਣਾ। ਮੈਂ ਕਿੰਨੀ ਦੇਰ ਖਲੋਤਾ ਰਿਹਾ, ਮੈਂ ਇੰਨੀ ਸੋਹਣੀ ਜੋੜੀ ਹੈ ਕਿ ਕਿੰਨੀ ਸੋਹਣੀ ਜੋੜੀ ਜਾ ਰਹੀ ਹੈ। ਸੋ ਇਹ ਕੁਦਰਤੀ ਦਾਤ ਹੈ। ਸ਼ੁਕਰਾਨਾ ਕਰਨਾ ਸੱਚੇ ਪਾਤਸ਼ਾਹ, ਤੂੰ ਸੁੰਦਰ ਸਰੀਰ ਦਿੱਤਾ ਹੋਇਆ ਹੈ, ਤੂੰ ਰਹਿਣ ਨੂੰ ਸੋਹਣਾ ਘਰ ਦਿੱਤਾ ਹੋਇਆ, ਤੂੰ ਪਹਿਨਣ ਨੂੰ ਸੋਹਣੇ ਕੱਪੜੇ ਦਿੱਤੇ ਹੋਏ ਹਨ, ਤੂੰ ਆਦਰ ਮਾਣ ਦਿੱਤਾ ਹੋਇਆ, ਤੂੰ ਰੁਜ਼ਗਾਰ ਦਿੱਤਾ ਹੋਇਆ ਹੈ, ਤੂੰ ਮੈਨੂੰ ਵਿਦਿਆ ਦਿੱਤੀ ਹੈ। ਤੇਰਾ ਬਹੁਤ ਬਹੁਤ ਧੰਨਵਾਦ ਹੈ। ਜਿਨ੍ਹਾਂ ਕੋਲ ਚੀਜ਼ਾਂ ਨਹੀਂ ਨਾ, ਉਹਨਾਂ ਨੂੰ ਪੁੱਛ ਕੇ ਵੇਖੋ ਕੀ ਹਾਲ ਹੈ। ਗਰੀਬ ਨੂੰ ਪੁੱਛ ਕੇ ਵੇਖੋ ਕੀ ਹਾਲ ਹੈ। ਉਹ ਤਰਲੇ ਕੱਢਦਾ ਵੀ ਕਿਸੇ ਤਰ੍ਹਾਂ ਮੈਂ ਅਮੀਰ ਹੋ ਜਾਵਾਂ। ਸੋ ਜੇ ਅਮੀਰੀ ਮਿਲੀ ਹੈ, ਸੁੰਦਰਤਾ ਮਿਲੀ ਹੈ, ਸੋਹਣਾ ਘਰ ਮਿਲਿਆ, ਸੋਹਣੇ ਕੱਪੜੇ ਮਿਲੇ ਨੇ, ਉਹ ਪਰਮਾਤਮਾ ਦਾ ਧੰਨਵਾਦ ਕਰਨਾ ਜੀ। ਸੱਚੇ ਪਾਤਸ਼ਾਹ ਤੇਰੀ ਕਿਰਪਾ ਹੈ, ਤੇਰੀ ਕਿਰਪਾ, ਉਹਦਾ ਧੰਨਵਾਦ ਕਰਨਾ। ਫਿਰ ਗੁਰਬਾਣੀ ਕਹਿੰਦੀ ਜਿਹੜਾ ਇਸ ਤਰ੍ਹਾਂ ਧੰਨਵਾਦ ਕਰਦਾ ਉਸ 'ਤੇ ਚੌਗਣ ਕਰੇ ਨਿਹਾਲ। ਪਰਮਾਤਮਾ ਉਦੋਂ ਵੀ 4 ਗੁਣ ਉਹਨੂੰ ਨਿਹਾਲ ਕਰ ਦਿੰਦਾ ਹੈ, ਰੰਗ ਲਾਉਂਦਾ ਪਰਮਾਤਮਾ। ਸੋ ਕੋਈ ਚੀਜ਼ ਪ੍ਰਾਪਤ ਹੋਏ ਪਰਮਾਤਮਾ ਦਾ ਸ਼ੁਕਰਾਨਾ ਕਰੀਦਾ। ਇੱਕ ਤਾਂ ਉਂਝ ਸ਼ੁਕਰਾਨਾ ਸੱਚੇ ਪਾਤਸ਼ਾਹ ਤੇਰੀ ਬੜੀ ਕਿਰਪਾ, ਦੂਜਾ ਦਾ ਉਹਦਾ ਨਾਮ ਜਪਣਾ, ਬਾਣੀ ਪੜ੍ਹਨਾ, ਇਹ ਉਹਦਾ ਸ਼ੁਕਰਾਨਾ ਹੈ। ਨਾਮ ਜਪੋ, ਬਾਣੀ ਪੜ੍ਹੋ। ਨਾਮ ਜਪ ਕੇ ਬਾਣੀ ਪੜ੍ਹ ਕੇ ਤੁਹਾਨੂੰ ਕੋਈ ਚੀਜ਼ ਪ੍ਰਾਪਤ ਹੋਈ ਹੈ, ਉਹ ਚੀਜ਼ ਪ੍ਰਾਪਤ ਹੋਣ ਤੋਂ ਬਾਅਦ ਉਹ ਪਾਠ ਨਾ ਛੱਡੋ, ਸਗੋਂ ਜਾਰੀ ਰੱਖੋ ਕਿ ਇਸ ਪਾਠ ਕਾਰਨ ਮੈਨੂੰ ਆਹ ਮਿਲਿਆ, ਇਸ ਪਾਠ ਨਾਲ ਮੈਨੂੰ ਹੋਰ ਵੀ ਬਹੁਤ ਕੁਛ ਮਿਲ ਸਕਦਾ ਹੈ। ਕਈ ਮੇਰੇ ਤਾਂ ਪਾਠ ਲੈ ਕੇ ਗਏ ਜਿਨ੍ਹਾਂ ਦੇ ਕਾਰਜ ਹੋ ਗਏ, ਉਹ ਕਹਿੰਦੇ ਅਸੀਂ ਤਾਂ ਕਰਦੇ ਹੀ ਰਹਿਣਾ ਪਾਠ, ਅਸੀਂ ਤਾਂ ਸਾਰੀ ਉਮਰ ਇਹ ਪਾਠ ਕਰਦੇ ਰਹਿਣਾ, ਕਿਉਂਕਿ ਇਹ ਤਾਂ ਕਾਰਜ ਰਾਸ ਕਰਦਾ ਹੈ। ਬਾਣੀ ਸਾਡਾ ਗੁਰੂ ਹੈ ਅਤੇ ਗੁਰੂ ਨੇ ਸਿੱਖ ਦੇ ਕਾਰਜ ਰਾਸ ਕਰਨੇ ਹੀ ਕਰਨੇ ਨੇ। ਜੇ ਸਿੱਖ ਬਾਣੀ ਨੂੰ ਪਿਆਰ ਕਰੇ, ਜਿਹਦਾ ਬਾਣੀ ਨਾਲ ਪਿਆਰ ਹੈ ਸਮਝੋ ਤਾਂ ਗੁਰੂ ਨਾਲ ਪਿਆਰ ਹੈ, ਅਤੇ ਜਿਹੜਾ ਸਿੱਖ ਗੁਰੂ ਨੂੰ ਪਿਆਰ ਕਰਦਾ, ਗੁਰੂ ਦਾ ਸਤਿਕਾਰ ਕਰਦਾ, ਗੁਰੂ ਮਹਾਰਾਜ ਦੇ ਕਾਰਜ ਸਵਾਰਦੇ ਨੇ, ਉਹਦੇ ਕਾਰਜ ਸਵਾਰਦੇ ਨੇ। ਬਾਣੀ ਨੂੰ ਪਿਆਰ ਕਰਨਾ, ਗੁਰੂ ਨੂੰ ਪਿਆਰ ਕਰਨਾ, ਬਾਣੀ ਦਾ ਸਤਿਕਾਰ ਕਰਨਾ, ਗੁਰੂ ਦਾ ਸਤਿਕਾਰ ਕਰਨਾ ਹੈ। ਤਾਂ ਕਬੀਰ ਸਾਹਿਬ ਕਹਿੰਦੇ, ਕਬੀਰ ਗਰਭ ਨਾ ਕੀਜੀਏ ਊਂਚਾ ਦੇਖ ਆਵਾਸ, ਆਜ ਕਾਲ ਭੋਏ ਲੇਟਣਾ ऊपर जामै घास। कबीर गर्भ न कीजिए ऊंचा देख आवास। आवास का घर 2 मंजिला है, 3 मंजिला घर है। ਉੱਚੇ ਘਰ ਨੂੰ ਵੇਖ ਕੇ ਕਦੇ ਹੰਕਾਰ ਨਹੀਂ ਕਰਨਾ ਵੀ ਆ ਬਾਕੀ ਦੇ 1 ਮੰਜ਼ਿਲ ਨੇ, ਮੇਰਾ 3 ਮੰਜ਼ਿਲਾ। ਹੰਕਾਰ ਆ ਵੀ ਬਾਕੀ ਦੀ 1 ਮੰਜ਼ਿਲਾ, ਮੇਰਾ 3 ਮੰਜ਼ਿਲਾ। ਆਵਾਸ ਘਰ ਨੂੰ ਕਹਿੰਦੇ ਜਿੱਥੇ ਅਸੀਂ ਵਸਦੇ ਹਾਂ। ਉੱਚਾ ਘਰ ਵੇਖ ਕੇ ਹੰਕਾਰ ਨਹੀਂ ਕਰਨਾ। ਕਿਉਂ? ਆਜ ਕਾਲ ਭੋਏ ਲੇਟਣਾ ਉੱਪਰ ਜਾਮੈ ਘਾਸ। ਅੱਜ ਜਾਂ ਕੱਲ੍ਹ ਨੂੰ ਮਰ ਜਾਣਾ ਅਤੇ ਫਿਰ ਧਰਤੀ 'ਤੇ ਲੇਟ ਜਾਣਾ। ਭਾਵ ਸਾਨੂੰ ਧਰਤੀ ਵਿੱਚ ਦੱਬ ਦੇਣਾ ਅਤੇ ਉੱਤੇ ਘਾਹ ਜੰਮ ਪੈਣਾ। ਕਿਸੇ ਪਤਾ ਹੀ ਨਹੀਂ ਹੋਣਾ ਇੱਥੇ ਕੌਣ ਮਰਿਆ ਅਤੇ ਕੌਣ ਨਹੀਂ ਮਰਿਆ। ਕਿਸੇ ਨੇ ਨਹੀਂ ਯਾਦ ਕਰਨਾ। ਧਰਤੀ ਦੱਬ ਦੇਣਾ, ਉੱਤੇ ਮਿੱਟੀ ਹੋਣ ਕਰਕੇ ਘਾਹ ਜੰਮ ਜਾਣਾ ਹੈ। ਪਤਾ ਹੀ ਨਹੀਂ ਲੱਗਣਾ ਅਸੀਂ ਮੁਰਦਾ ਕਿੱਥੇ ਦੱਬਿਆ ਸੀ। ਕਿਉਂਕਿ ਅੱਜ ਜਾਂ ਕੱਲ੍ਹ ਨੂੰ ਮਰਨਾ ਹੀ ਮਰਨਾ। ਫਿਰ ਹੰਕਾਰ ਕਾਹਦਾ ਕਰਨਾ। ਸਗੋਂ ਕਹਿਣਾ ਸੱਚੇ ਪਾਤਸ਼ਾਹ ਤੇਰੀ ਕਿਰਪਾ ਹੈ,
ਤੂੰ ਐਡਾ ਵੱਡਾ ਰਹਿਣ ਨੂੰ ਘਰ ਦਿੱਤਾ ਹੋਇਆ ਹੈ। ਕਰੋੜਾਂ ਲੋਕ ਨੇ ਜਿਨ੍ਹਾਂ ਕੋਲ ਵਿਚਾਰਿਆਂ ਕੋਲ ਝੌਂਪੜੀ ਵੀ ਨਹੀਂ ਹੈ। ਹਿੰਦੁਸਤਾਨ 'ਚ ਕਰੋੜਾਂ ਲੋਕ ਨੇ ਜਿਨ੍ਹਾਂ ਕੋਲ ਛੱਪਰੀ ਝੌਂਪੜੀ ਵੀ ਨਹੀਂ ਹੈ। ਕੋਈ ਸੜਕਾਂ ਦੇ ਕੰਢਿਆਂ 'ਤੇ ਸੁੱਤਾ ਹੋਇਆ ਹੈ, ਕੋਈ ਸਟੇਸ਼ਨਾਂ ਦੇ ਪਲੈਟਫਾਰਮ 'ਤੇ ਸੁੱਤਾ ਹੋਇਆ ਹੈ, ਕੋਈ ਬੱਸ ਸਟੈਂਡ ਦੇ ਸ਼ੈੱਡ ਹੇਠਾਂ ਸੁੱਤਾ ਹੋਇਆ ਹੈ, ਕੋਈ ਪੁਲਾਂ ਦੇ ਹੇਠਾਂ, ਸੜਕ ਦੇ ਪੁਲ ਜਿਹੜੇ ਨੇ ਉਹਨਾਂ ਦੇ ਹੇਠਾਂ ਸੁੱਤਾ ਹੋਇਆ ਹੈ ਹੀ ਨਹੀਂ, ਛੱਪਰੀ ਵੀ ਨਹੀਂ ਹੈਗੀ, ਛੰਨ ਵੀ ਨਹੀਂ ਹੈਗੀ, ਝੌਂਪੜੀ ਹੈ ਨਹੀਂ। ਔਰ ਇਹ ਨਹੀਂ, ਥੋੜ੍ਹੇ ਨਹੀਂ, ਕਰੋੜਾਂ ਲੋਕ ਨੇ ਜਿਨ੍ਹਾਂ ਕੋਲ ਰਹਿਣ ਨੂੰ ਝੌਂਪੜੀ ਵੀ ਨਹੀਂ ਹੈ। ਅਤੇ ਤੁਹਾਨੂੰ ਮਿਲ ਗਿਆ ਵੱਡਾ ਸਾਰਾ ਘਰ। ਪਰਮਾਤਮਾ ਦਾ ਧੰਨਵਾਦ ਕਰਨਾ ਵੀ ਸੱਚੇ ਪਾਤਸ਼ਾਹ ਤੇਰੀ ਕਿੰਨੀ ਕਿਰਪਾ ਹੈ। ਕਰੋੜਾਂ ਲੋਕਾਂ ਕੋਲ ਝੌਂਪੜੀ ਵੀ ਨਹੀਂ ਅਤੇ ਤੂੰ ਮੈਨੂੰ ਐਡਾ ਵਧੀਆ ਰਹਿਣ ਨੂੰ ਕਰ ਦਿੱਤਾ। ਤੇਰਾ ਬਹੁਤ ਬਹੁਤ ਧੰਨਵਾਦ ਹੈ, ਬਹੁਤ ਬਹੁਤ ਧੰਨਵਾਦ ਹੈ। 20 ਕਰੋੜ ਹਿੰਦੁਸਤਾਨ ਦੇ ਐਸੇ ਲੋਕ ਨੇ ਜਿਨ੍ਹਾਂ ਨੂੰ 2 ਟਾਈਮ ਖਾਣ ਨੂੰ ਰੋਟੀ ਨਹੀਂ ਮਿਲਦੀ, ਜਿਹੜੇ ਰਾਤ ਨੂੰ ਭੁੱਖੇ ਸੌਂਦੇ ਨੇ। 20 ਕਰੋੜ, ਇੱਕ ਅੱਧਾ ਨਹੀਂ। ਅਤੇ ਜੇ ਤੁਸੀਂ ਰਾਤ ਨੂੰ ਰੋਟੀ ਖਾ ਕੇ ਸੌਂ ਰਹੇ ਹੋ ਅਤੇ ਇਹਦੇ ਬਾਅਦ ਤੁਸੀਂ 20 ਕਰੋੜ ਨਾਲੋਂ ਤਾਂ ਚੰਗੇ ਹੋ ਨਾ। ਤੁਸੀਂ 20 ਕਰੋੜ ਲੋਕਾਂ ਨਾਲੋਂ ਚੰਗੇ ਹੋ, ਕਿਉਂਕਿ ਤੁਸੀਂ ਰੋਟੀ ਖਾ ਕੇ ਸੁੱਤੇ ਹੋ। ਉਹਨਾਂ ਰੋਟੀ ਹੀ ਨਹੀਂ ਮਿਲੀ ਖਾਣ, ਗਰੀਬੀ ਕਾਰਨ। 1 ਕਰੋੜ ਬੰਦਾ ਘੱਟ ਤੋਂ ਘੱਟ, ਅੱਜ ਜਦੋਂ ਲਾਕਡਾਊਨ ਹੋਇਆ, ਧੱਕੇ ਨਾਲ ਹੀ ਲਾਕਡਾਊਨ ਦੇ ਵਿੱਚ ਹੀ ਇੱਕ ਸਟੇਟ ਨੂੰ ਛੱਡ ਕੇ ਆਪਣੇ ਆਪਣੇ ਘਰਾਂ ਨੂੰ ਜਾ ਰਹੇ ਨੇ। ਕੋਈ ਤੁਰ ਕੇ ਜਾ ਰਿਹਾ, ਕੋਈ ਸਾਈਕਲ 'ਤੇ ਜਾ ਰਿਹਾ, ਕੋਈ ਕਿਵੇਂ ਜਾ ਰਿਹਾ। ਤੁਹਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਸੱਚੇ ਪਾਤਸ਼ਾਹ, ਸਾਨੂੰ ਰੋਟੀ ਦੀ ਖਾਤਰ ਘੱਟ ਤੋਂ ਘੱਟ ਆਪਣਾ ਪਿੰਡ ਸ਼ਹਿਰ 'ਤੇ ਨਹੀਂ ਛੱਡਣਾ ਪਿਆ। ਆ ਦੇਖੋ ਕਰੋੜਾਂ ਲੋਕ ਨੇ ਵਿਚਾਰੇ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਕੁਛੜ ਚੁੱਕਿਆ ਹੈ। 1,500 ਕਿਲੋਮੀਟਰ ਤੁਰੇ ਜਾ ਰਹੇ ਨੇ, 2-4 ਕਿਲੋਮੀਟਰ ਨਹੀਂ, 1,500 ਕਿਲੋਮੀਟਰ ਤੁਰ ਕੇ ਜਾ ਰਹੇ। ਉਹਦਾ ਰੱਬ ਯਾਦ ਆਉਂਦਾ, ਔਰ ਆਉਣਾ ਚਾਹੀਦਾ। ਅਤੇ ਜਿੰਨਾ ਮਦਦ ਹੋ ਸਕਦੀ ਹੈ ਉਦੋਂ ਫਿਰ ਲੋਕਾਂ ਕੀਤੀ ਵੀ, ਪਰ ਮਦਦ ਦੀ ਵੀ ਤਾਂ ਇੱਕ ਹੱਦ ਹੁੰਦੀ ਹੈ ਨਾ। ਅਸੀਂ ਦਸਵੰਧ ਹੀ ਖਰਚ ਕਰ ਸਕਦੇ, ਸਾਨੂੰ ਦਸਵੰਧ ਖਰਚ ਕਰਨਾ, ਘੱਟ ਤੋਂ ਘੱਟ ਦਸਵੰਧ ਖਰਚ ਕਰਨਾ ਲੋੜਵੰਦਾਂ ਦਾ। ਤੋ ਇਸ ਲਈ ਕਹਿੰਦੇ ਵੀ ਉੱਚੇ ਘਰ ਨੂੰ ਵੇਖ ਕੇ ਆਵਾਜ਼, ਉੱਚੇ ਘਰ ਨੂੰ ਵੇਖ ਕੇ ਹੰਕਾਰ ਨਹੀਂ ਕਰਨਾ ਚਾਹੀਦਾ। ਕਿਉਂ ਅੱਜ ਜਾਂ ਕੱਲ੍ਹ ਨੂੰ ਮਰ ਜਾਣਾ। ਇਹ ਧਰਤੀ 'ਤੇ ਲੇਟਣਾ, ਉੱਤੇ ਘਾਹ ਜੰਮ ਪੈਣਾ। ਕਬੀਰ ਗਰਬ ਨਾ ਕੀਜੀਏ, ਰੰਕ ਨ ਹਸੀਏ ਕੋਏ, ਅਜੋ ਸੋ ਨਾਉ ਸਮੁੰਦਰ में, ਕਿਆ ਜਾਨੋ ਕਿਆ ਹੋਏ। ਰੰਕ ਕਹਿੰਦੇ ਗਰੀਬ ਨੂੰ, ਗਰੀਬ ਨੂੰ ਵੇਖ ਕੇ ਹੱਸੀਦਾ ਨਹੀਂ ਹੁੰਦਾ। ਹੰਕਾਰ ਨਹੀਂ ਕਰਨਾ, ਗਰੀਬ ਨੂੰ ਵੇਖ ਕੇ ਹੱਸਣਾ ਨਹੀਂ ਹੈ। ਦਾਤੇ ਦੇ ਕੋਈ ਰੰਗਾਂ ਦਾ ਕੋਈ ਪਤਾ ਨਹੀਂ, ਕਦੋਂ ਅਮੀਰ ਨੂੰ ਗਰੀਬ ਕਰਦੇ ਕੋਈ ਪਤਾ ਨਹੀਂ। ਅੱਜ ਜਿਹਨਾਂ ਦਾ ਇੰਨਾ ਤੇਲ ਵਿਕਦਾ ਸੀ, ਜੱਟਾਂ ਨੇ ਘੇਰਾ ਪਾ ਲਿਆ, ਤੇਲ ਨਹੀਂ ਵਿਕਣ ਦਿੰਦੇ, ਔਰ ਲੱਖਾਂ ਦਾ ਰੋਜ਼ ਦਾ ਘਾਟਾ ਪੈ ਰਿਹਾ ਉਹਨਾਂ ਨੂੰ, ਤੇਲ ਨਹੀਂ ਵਿਕਦਾ। ਅਜੇ ਟੋਲ ਪਲਾਜ਼ੇ ਵਾਲੇ ਸਨ, ਉਹ ਉੱਥੋਂ ਉਂਝ ਹੀ ਲੋਕ ਮੁਫਤ ਲੰਘਾਈ ਦੇ, ਨਹੀਂ ਦਿੰਦੇ ਉਹਨੂੰ ਕੋਈ ਟੈਕਸ, ਪੈ ਰਿਹਾ ਨਾ ਘਾਟਾ। ਇਸ ਲਈ ਦਾਤੇ ਦੇ ਰੰਗ ਨੇ, ਕੋਈ ਪਤਾ ਨਹੀਂ ਕਿਸ ਵੇਲੇ ਕੀ ਹੋ ਜਾਣਾ ਹੈ। ਜੇ ਤੁਸੀਂ ਅਮੀਰ ਹੋ, ਹੰਕਾਰ ਨਾ ਕਰੋ, ਗਰੀਬ ਨੂੰ ਵੇਖ ਕੇ ਹੱਸੋ ਨਾ। ਅਜੋ ਸੋ ਨਾਉ ਸਮੁੰਦਰ ਵਿੱਚ, ਨਾਵ ਕਿਸ਼ਤੀ, ਇਹਨੂੰ ਨਾਉ ਨਹੀਂ ਪੜ੍ਹਦੇ, ਬਿੰਦੀ ਨਾਲ ਨਹੀਂ ਪੜ੍ਹਨਾ, ਨਾਉ ਜਿਹਨੂੰ ਕਿਸ਼ਤੀ ਕਹਿੰਦੇ ਨੇ। ਅਜੂ ਹਾਹੇ 'ਤੇ ਟਿੱਪੀ ਲਾ ਕੇ ਪੈਣ, ਅਜੂ ਸੋ ਨਾਉ ਸਮੁੰਦਰ में, ਅਜੇ ਤਾਂ ਕਿਸ਼ਤੀ ਸਮੁੰਦਰ 'ਚ, ਕਿਆ ਜਾਨੋ ਕਿਆ ਹੋਏ, ਕੀ ਪਤਾ ਸਮੁੰਦਰ ਦੇ ਵਿੱਚ ਹੀ ਡੁੱਬ ਜੇ, ਪਰਲੇ ਬੰਨੇ ਲੱਗੇ ਹੀ ਨਾ।
ਕੀ ਪਤਾ। ਜਿੰਨਾ ਚਿਰ ਕਿਸ਼ਤੀ ਸਮੁੰਦਰ ਦੇ ਪਰਲੇ ਬੰਨੇ ਨਹੀਂ ਲੱਗ ਜਾਂਦੀ, ਉਹਨਾਂ ਜਿਹਦੇ ਖਤਰੇ ਹੈ, ਪਤਾ ਨਹੀਂ ਲੱਗੇ ਕਿ ਨਹੀਂ ਲੱਗੇਗੀ, ਕਿਤੇ ਡੋਬੀ ਨਾ ਜਾਈਏ। ਕਹਿੰਦੇ ਹੁਣ ਠੀਕ ਹੈ, ਤੁਸੀਂ ਅਮੀਰ ਹੋ, ਤੁਹਾਡੇ ਮਨ 'ਚ ਹੰਕਾਰ ਆ ਗਿਆ। ਜਦੋਂ ਹੰਕਾਰ ਆ ਗਿਆ, ਫਿਰ ਲੋਕ ਗਰੀਬਾਂ ਦੇ ਹੱਸਦੇ ਨੇ। ਮੀਂਹ ਪੈ ਕੇ ਡੇ ਚਿੱਕੜ, ਕੋਈ ਬੰਦਾ ਤੁਰਿਆ ਜਾ ਰਿਹਾ, ਉਹ ਤਿਲਕ ਕੇ ਡਿੱਗ ਪਿਆ ਹੈ, ਚੱਕਰ ਨਹੀਂ ਉਹਨੂੰ ਕੋਈ ਆਏਗਾ, ਹੱਸਣਗੇ, ਤਾੜੀਆਂ ਮਾਰਨਗੇ, ਵੀ ਡਿੱਗ ਪਿਆ। ਦੱਸੋ ਵੀ ਉਹ ਡਿੱਗ ਪਿਆ ਹੈ, ਸਗੋਂ ਜਾ ਕੇ ਚੱਕੋ ਪੈ, ਕਿਤੇ ਸੱਟ ਪੇੜ ਤਾਂ ਨਹੀਂ ਵੱਜੀ ਨਾ। ਮੈਂ ਦੇਖੇ ਤਾੜੀਆਂ ਮਾਰਦੇ, ਹੱਸਦੇ ਨੇ। ਹਾਂਜੀ, ਇੱਕ ਨੂੰ ਦੋ ਚਾਰ ਕੁੱਟ ਰਹੇ ਨੇ, ਛਡਾਉਂਦੇ ਨਹੀਂ ਲੋਕ, ਮੋਬਾਈਲਾਂ ਨਾਲ ਫੋਟੋ ਖਿੱਚਦੇ ਰਹਿੰਦੇ, ਛਡਾਉਂਦੇ ਨਹੀਂ। ਐਕਸੀਡੈਂਟ ਹੋ ਗਿਆ, ਚੱਕ ਕੇ ਨਹੀਂ ਕੋਈ ਹਸਪਤਾਲ ਲੈ ਜਾਂਦਾ, ਫੋਟੋ ਖਿੱਚੀ ਜਾਂਦੇ ਨੇ। ਵੀ ਉਹ ਫੋਟੋ ਖਿੱਚਣ ਨਾਲ ਕੀ ਹੋ ਜਾਏਗਾ, ਉਹਦਾ ਕੀ ਸੰਵਰੇਗਾ ਜਿਹੜਾ ਧਰਤੀ 'ਤੇ ਲੇਟਿਆ ਹੋਇਆ ਹੈ, ਜ਼ਖਮੀ ਹੈ। ਇਹਦਾ ਮਤਲਬ ਕੋਈ ਹਮਦਰਦੀ ਨਹੀਂ, ਬਸ ਫੋਟੋ ਹੈ ਵੀ ਅੱਗੇ ਫੋਟੋ ਪਾਵਾਂਗੇ ਆਪਣੇ ਦੋਸਤਾਂ ਮਿੱਤਰਾਂ ਨੂੰ, ਆਹ ਦੇਖੋ। ਤਾਂ ਕਿ ਹੈ ਵੀ ਅਜੇ ਤੱਕ ਕਿਸ਼ਤੀ ਸਮੁੰਦਰ 'ਚ ਪਤਾ ਨਹੀਂ ਕਿਨਾਰੇ ਲੱਗਣੀ ਕਿ ਨਹੀਂ ਲੱਗਣੀ, ਡੁੱਬ ਵੀ ਸਕਦੀ ਹੈ। ਅੱਜ ਅਮੀਰ ਹੈ, ਕੱਲ੍ਹ ਨੂੰ ਗਰੀਬ ਹੋ ਸਕਦੇ ਹਨ, ਕੋਈ ਪਤਾ ਨਹੀਂ ਹੁੰਦਾ। ਇੱਕ ਵਾਰੀ ਗੁਜਰਾਤ ਦੇ ਵਿੱਚ ਬੜਾ ਜ਼ਬਰਦਸਤ ਭੁਚਾਲ ਆ ਗਿਆ, ਸ਼ਹਿਰ ਦਾ ਸ਼ਹਿਰ ਤਬਾਹ ਹੋ ਗਿਆ ਹੈ। ਅਮੀਰਾਂ ਦੀਆਂ ਵੀ ਕੋਠੀਆਂ ਢਹਿ ਗਈਆਂ ਅਤੇ ਗਰੀਬਾਂ ਦੇ ਵੀ ਢਹਿ ਗਏ। ਕੋਠੀਆਂ ਢਹਿ ਗਈਆਂ, ਛੱਪਰੀਆਂ ਰਹਿ ਗਈਆਂ, ਕਿਉਂ? ਉਹ ਕਿਹੜਾ ਭਾਰੀਆਂ ਸਨ, ਨਾ ਉਹਨਾਂ ਨੇ ਹਿੱਲਣ ਨਾਲ ਡਿੱਗਣਾ ਸੀ, ਝੋਪੜੀਆਂ ਸਨ ਉੱਤੇ। ਵੱਡੇ ਵੱਡੇ ਜਿਹੜੇ ਮਹਿਲ ਮਾੜੀਆਂ ਸਨ, ਢਹਿ ਢੇਰੀ ਹੋ ਗਈ। ਕਿ ਇਸ ਲਈ ਕਹਿੰਦੇ ਕੋਈ ਪਤਾ ਨਹੀਂ ਕਿਸ ਵੇਲੇ ਕਿਹੋ ਜਿਹਾ ਸਮਾਂ ਆ ਜਾਣਾ ਹੈ। ਇਸ ਲਈ ਮੈਂ ਕਹਿੰਦਾ ਰਹਿੰਦਾ ਕਿ ਜਿੰਨੀ ਤੁਹਾਨੂੰ ਰੋਜ਼ ਦੀ ਆਮਦਨ ਹੈ, ਸਾਰੀ ਮਤ ਖਰਚੋ। ਤੁਹਾਨੂੰ ਤੁਸੀਂ ਰੋਜ਼ 400 ਰੁਪਏ ਫਰਜ਼ ਕਰੋ ਕਮਾਉਣੇ ਹੋ, 400 ਦਾ 400 ਮਤ ਖਰਚੋ, ਉਹਦਾ ਕੁਝ ਬਚਾ ਕੇ ਰੱਖੋ, ਕਿਉਂਕਿ ਔਖਾ ਸਮਾਂ ਆ ਸਕਦਾ ਹੈ, ਬਿਮਾਰੀ ਆ ਸਕਦੀ ਹੈ, ਐਕਸੀਡੈਂਟ ਹੋ ਸਕਦਾ ਹੈ, ਇਕੱਠੇ ਕਿੰਨੇ ਪੈਸੇ ਲੱਗ ਜਾਂਦੇ ਨੇ। ਅਤੇ ਜੇ ਤੁਸੀਂ ਜਿੰਨੇ ਕਮਾਏ ਉਹਨੇ ਖਰਚ ਕਰਤੇ ਤਾਂ ਫਿਰ ਕੀ ਕਰੋਗੇ? ਤੁਸੀਂ ਹੋ ਗਏ ਬਿਮਾਰ, ਤੁਹਾਨੂੰ ਘਰ ਦੇ ਜੀ ਚੱਕ ਕੇ ਲੈ ਗਏ ਹਸਪਤਾਲ, ਤੁਹਾਡੇ ਠੀਕ ਹੋਣ ਤੱਕ ਤੁਹਾਡਾ 1 ਲੱਖ ਰੁਪਏ ਖਰਚਾ ਆ ਗਿਆ ਹੈ, ਅਤੇ ਤੁਹਾਡੇ ਕੋਲ ਪੈਸੇ ਹੀ ਕੋਈ ਨਹੀਂ। ਪਹਿਲਾਂ ਤਾਂ ਤੁਹਾਨੂੰ ਕਿਸੇ ਉਧਾਰ ਹੀ ਨਹੀਂ ਦੇਣਾ, ਅਤੇ ਜੇ ਦੇਤਾ ਤਾਂ ਉਹ ਤੁਹਾਡੇ ਤੋਂ ਲੈਣਾ ਨਹੀਂ, ਉਹ ਤੁਹਾਡੇ ਤੋਂ ਲੈਣਾ ਹੀ ਨਹੀਂ, ਉਹ ਕਰਜ਼ਾ ਵੱਧਦਾ ਹੀ ਜਾਣਾ, ਕਿਉਂਕਿ ਤੁਹਾਨੂੰ ਜੋੜਨ ਦੀ ਆਦਤ ਹੀ ਨਹੀਂ ਹੈ। ਤੁਸੀਂ 100 ਰੁਪਏ ਕਮਾਉਣੇ ਤਾਂ ਵੀ ਘੱਟ ਤੋਂ ਘੱਟ 10 ਰੁਪਏ ਜ਼ਰੂਰ ਜੋੜੋ। ਜੇ 10-10 ਰੁਪਏ ਵੀ ਰੋਜ਼ ਜੋੜਦੇ ਰਹੋਗੇ ਤਾਂ ਮਹੀਨੇ 'ਚ 300 ਹੋ ਗਿਆ, ਸਾਲ 'ਚ 3600 ਹੋ ਗਿਆ। ਕੰਮ ਆਏਗਾ ਔਖੇ ਵੇਲੇ। ਜਿਨ੍ਹਾਂ ਕੋਲੇ ਸੀ ਕੁਛ ਜੋੜਿਆ ਹੋਇਆ ਕਰੋਨਾ 4-5 ਮਹੀਨਿਆਂ 'ਚ, ਉਹ ਆਪਣਾ ਉਸ ਨੂੰ ਖਾਂਦੇ ਰਹੇ, ਉਹਨਾਂ ਨੂੰ ਕਿਸੇ ਅੱਗੇ ਹੱਥ ਨਹੀਂ ਅੱਡਣੇ ਪਏ, ਕਿਉਂ? ਉਹਨਾਂ ਜੋੜ ਕੇ ਰੱਖਿਆ ਹੋਇਆ ਸੀ। ਪਰ ਜਿਨ੍ਹਾਂ ਕੁਝ ਨਹੀਂ ਸੀ ਜੋੜਿਆ, ਉਹ ਲੋਕਾਂ ਦੇ ਹੱਥ ਅੱਡਦੇ ਰਹੇ, ਉਹ ਮੰਗਤੇ ਬਣ ਗਏ। ਇਸ ਲਈ ਹਮੇਸ਼ਾ ਔਖੇ ਸਮੇਂ ਲਈ ਕੁਝ ਨਾ ਕੁਝ ਬਚਾ ਕੇ ਰੱਖੀਦਾ, ਸਾਰਾ ਨਹੀਂ ਕਦੇ ਵੀ ਖਰਚ ਕਰੀਦਾ। ਭਾਵੇਂ ਆਮਦਨ ਥੋੜ੍ਹੀ ਹੋਵੇ, ਭਾਵੇਂ ਆਮਦਨ ਥੋੜ੍ਹੀ ਹੋਵੇ, ਥੋੜ੍ਹੇ ਬਚਾ ਲਓ। ਜ਼ਿਆਦਾ ਆਮਦਨ ਹੈ, ਜ਼ਿਆਦਾ ਬਚਾ ਲਓ, ਪਰ ਬਚਾਓ ਜ਼ਰੂਰ, ਕਿਉਂਕਿ ਕਦੇ ਵੀ ਐਕਸੀਡੈਂਟ ਹੋ ਸਕਦਾ ਹੈ, ਕਦੇ ਵੀ ਕੋਈ ਪਰਿਵਾਰ ਦੇ ਕਿਸੇ ਜੀਅ ਨੂੰ ਬਿਮਾਰੀ ਲੱਗ ਸਕਦੀ ਹੈ, ਅਤੇ ਅੱਜ ਕੱਲ੍ਹ ਹਜ਼ਾਰਾਂ ਰੁਪਏ ਇੱਕੋ ਦਿਨ 'ਚ ਲੱਗ ਜਾਂਦੇ ਕਈ ਵਾਰੀ ਹਨ। ਇਸ ਲਈ ਅਮੀਰੀ ਮਿਲੀ ਹੈ, ਕਿਸੇ ਗਰੀਬ 'ਤੇ ਨਹੀਂ ਹੱਸਣਾ, ਕਿਉਂ? ਕੀ ਪਤਾ ਕਿਸ ਵੇਲੇ ਗਰੀਬੀ ਹੋ ਜਾਏ।
कोई पता नहीं होता। कबीर गर्भ न कीजिए देही देख सुरंग, आज काल तज जाहोगे ज्यों कांचरी भुयंग। ਇਹ ਸੰਸਕ੍ਰਿਤ ਦਾ ਸ਼ਬਦ ਹੈ, ਇਹਨੂੰ ਪੜ੍ਹਨਾ ਭੁਯੰਗ। ਭੱਬੇ ਨੂੰ ਔਂਕੜ, ਈੜੀ ਨੂੰ ਸਿਹਾਰੀ, ਆੜੇ ਤੇ ਟਿੱਪੀ ਗੱਗਾ ਭੁਯੰਗ। ਪੂਰਾ ਹੈਗਾ ਭੁਯੰਗਮ। ਪੂਰਾ ਸ਼ਬਦ ਹੈ ਸੰਸਕ੍ਰਿਤ ਦਾ ਭੁਯੰਗਮ, ਸੱਪ ਜਿਹਨੂੰ ਕਹਿੰਦੇ ਨੇ, ਉਸ ਤੋਂ ਛੋਟਾ ਬਣਾਇਆ ਭੁਯੰਗ, ਭਾਵ ਸੱਪ ਹੀ ਹੈ। ਕਾਂਚਰੀ ਹੁੰਦੀ ਹੈ ਕੁੰਜ, ਸੱਪ ਦੇ ਉੱਤੇ ਕੁੰਜ ਹੁੰਦੀ ਹੈ। ਉਹ ਫਿਰ ਸਾਲ 'ਚ ਆਪਣੀ ਕੁੰਜ ਇੱਕ ਵਾਰੀ ਲਾਉਂਦਾ ਹੈ, ਕਿਉਂਕਿ ਨਹੀਂ ਤਾਂ ਉਹਨੂੰ ਫਿਰ ਦਿਸਣੋਂ ਹਟ ਜਾਂਦਾ ਹੈ, ਅੱਖਾਂ ਅੱਗੇ ਆ ਜਾਂਦੀ ਹੈ। ਸਾਰੇ ਸਰੀਰ 'ਤੇ ਹੁੰਦੀ ਕੁੰਜ, ਸਾਰੇ ਦੇ ਸਾਰੇ ਸਰੀਰ 'ਤੇ ਹੁੰਦੀ। ਇਸ ਲਈ ਕਹਿੰਦੇ ਕਬੀਰ ਗਰਭ ਨਾ ਕੀਜੀਏ ਦੇਹੀ ਦੇਖ ਸੁਰੰਗ। ਸੁਰੰਗ ਉਹਦੀ ਸੋਹਣੀ, ਸੋ ਰੰਗ, ਸੋ ਮੈਨੇ ਚੰਗਾ, ਰੰਗ ਮੈਨੇ ਰੰਗ, ਸੋਹਣਾ ਰੰਗ। ਦੇਹੀ ਸਰੀਰ, ਸਰੀਰ ਦਾ ਰੰਗ ਸੋਹਣਾ ਹੈ। ਸ਼ੀਸ਼ੇ 'ਚ ਆਪਣੀ ਸੁੰਦਰਤਾ ਵੇਖ ਕੇ ਹੰਕਾਰ ਨਹੀਂ ਕਰਨਾ ਵੀ ਮੈਂ ਬਹੁਤ ਸੁੰਦਰ ਹਾਂ। ਕਿੰਨੇ ਲੋਕ ਕਾਲੇ ਕਲੂਟੇ ਨੇ, ਕਾਲੇ ਕਲੂਟੇ। ਕਈ ਵਾਰੀ ਸੁੰਦਰਤਾ ਵਾਤਾਵਰਨ ਕਰਕੇ ਹੁੰਦੀ ਹੈ। ਕਸ਼ਮੀਰ 'ਚ ਠੰਡ ਰਹਿੰਦੀ ਹੈ, ਕਸ਼ਮੀਰੀ ਸੁੰਦਰ ਨੇ। ਹਿਮਾਚਲ 'ਚ ਵੀ ਠੰਡ ਰਹਿੰਦੀ ਹੈ, ਹਿਮਾਚਲੀ ਸੁੰਦਰ ਨੇ। ਦੱਖਣੀ ਭਾਰਤ ਚਲੇ ਜਾਓ, ਉਹ ਸਾਰੇ ਪਕੇਰੇ ਰੰਗ ਦੇ ਨੇ। ਕਿਉਂ? ਉੱਥੇ ਗਰਮੀ ਪੈਂਦੀ ਰਹਿੰਦੀ ਹੈ, ਸਦੀਆਂ ਤੋਂ ਗਰਮੀ ਪੈ ਰਹੀ ਹੈ। ਇਸ ਲਈ ਉਹਨਾਂ ਲੋਕਾਂ ਦੇ ਰੰਗ ਹੀ ਕਾਲੇ ਹੋ ਗਏ, ਅਤੇ ਮਾਂ ਪਿਓ ਕਾਲੇ, ਅਤੇ ਅੱਗੇ ਫਿਰ ਬੱਚੇ ਵੀ ਕਾਲੇ। ਮਾਂ ਪਿਓ ਕਾਲੇ, ਅੱਗੇ ਬੱਚੇ ਵੀ ਕਾਲੇ। ਪੰਜਾਬ ਅਤੇ ਹਰਿਆਣੇ ਦੀ ਸੁੰਦਰਤਾ 'ਚ ਮੈਂ ਫਰਕ ਦੇਖਿਆ। ਹਰਿਆਣੇ 'ਚ ਪੰਜਾਬ ਤੋਂ ਕਾਲੇ ਲੋਕ ਨੇ। ਹਰਿਆਣੇ 'ਚ ਐਂਟਰ ਕਰਦਿਆਂ ਹੀ ਕਾਲੇ ਕਾਲੇ ਲੋਕ ਦਿਸਣੇ ਸ਼ੁਰੂ ਹੋ ਜਾਂਦੇ ਨੇ। ਪੰਜਾਬ 'ਚ ਗੋਰੇ ਨੇ, ਹਿਮਾਚਲ ਜਾਓ ਉਦੋਂ ਵੱਧ ਗੋਰੇ ਨੇ, ਕਸ਼ਮੀਰ ਚਲੇ ਜਾਓ ਉਦੋਂ ਵੱਧ ਗੋਰੇ ਨੇ। ਵਾਤਾਵਰਨ ਦਾ ਫਰਕ ਹੈ ਇਹ। ਜਿਉਂ ਦੱਖਣੀ ਭਾਰਤ ਨੂੰ ਜਾਈ ਜਾਓਗੇ ਤੁਹਾਨੂੰ ਲੋਕ ਪਕੇਰੇ ਰੰਗ ਦੇ ਮਿਲਣਗੇ। ਕਰਨਾਟਕ ਉਹਦੇ ਮੈਂ ਉੜੀਸਾ ਵੱਲ ਗਿਆ, ਮੈਨੂੰ ਗੋਰਾ ਹੀ ਨਹੀਂ ਕੋਈ ਟੱਕਰਿਆ। ਲੋਕ ਬੜੇ ਚੰਗੇ, ਉੜੀਸਾ ਦੇ ਲੋਕ ਬਹੁਤ ਚੰਗੇ। ਕਰਨਾਟਕ ਤੋਂ ਅੱਗੇ ਉੜੀਸਾ। ਫਿਰ ਇੱਕ ਥਾਣੇ, ਉੜੀਸਾ ਵਿੱਚ ਜਿਹੜੇ ਥਾਣੇ ਨੇ 9 ਵਜੇ ਖੁੱਲ੍ਹਦੇ ਨੇ, ਸ਼ਾਮ ਨੂੰ 5 ਵਜੇ ਬੰਦ ਹੋ ਜਾਂਦੇ ਨੇ। ਉੜੀਸਾ ਦੇ ਜਿਹੜੇ ਥਾਣੇ ਨੇ ਨਾ 9 ਵਜੇ ਖੁੱਲ੍ਹਦੇ ਨੇ, ਸ਼ਾਮ ਨੂੰ 5 ਵਜੇ ਬੰਦ ਹੋ ਜਾਂਦੇ ਨੇ। ਪੰਜਾਬ ਜਿੱਦਾਂ ਜ਼ਿਆਦਾ ਗੁੰਡੇ ਲੋਕ ਨੇ 24 ਘੰਟੇ ਖੁੱਲ੍ਹੇ ਰਹਿੰਦੇ ਥਾਣੇ। ਉੱਥੇ ਬੱਚੇ ਖੇਡ ਰਹੇ, ਥਾਣੇ ਦੇ ਵਿੱਚ ਬੱਚੇ ਖੇਡ ਰਹੇ ਨੇ। ਹੁਣ ਦੇਖੇ ਵੀ ਸਰਦਾਰਾਂ ਦੀ ਗੱਡੀ ਆ ਕੇ ਖੜੀ ਹੋਈ ਹੈ। ਚਲੋ ਫਤਿਹ ਬੁਲਾਈ, ਜੈ ਰਾਮ ਜੀ, ਜੈ ਰਾਮ ਜੀ, राम राम जी। हाँ जी, पंजाब से आए हो? हाँ जी। अच्छा, हजूर साहब आए होगे? हमने कहा अच्छा, कैसे आए हो? ਅਸੀਂ ਕਿਹਾ ਜੀ ਸਾਨੂੰ ਪਤਾ ਲੱਗਾ ਵੀ ਇਹ ਤੁਹਾਡੀ ਸਟੇਟ ਥਾਣੇ 9 ਵਜੇ ਖੁੱਲ੍ਹਦੇ ਨੇ, 5 ਵਜੇ ਬੰਦ, ਕੀ ਠੀਕ ਹੈ? ਕਹਿੰਦੇ ਹਾਂ ਬਿਲਕੁਲ ਠੀਕ। ਅਤੇ ਮੈਂ ਕਿਹਾ ਜੀ ਇਹ ਬੱਚੇ ਖੇਡ ਰਹੇ ਨੇ। ਕਹਿੰਦੇ ਹੋਰ ਕੀ ਕਰੀਏ, ਇਹ ਤਾਂ 7-8 ਦਿਨਾਂ ਬਾਅਦ ਕੋਈ ਕੇਸ ਆਉਂਦਾ, ਕੋਈ ਸ਼ਿਕਾਇਤ ਆਉਂਦੀ ਹੈ। ਨਾ ਤਾਂ ਕੋਈ ਲੋਕ ਲੜਦੇ ਨੇ, ਨਾ ਕੋਈ ਚੋਰੀਆਂ ਕਰਦੇ, ਨਾ ਕੋਈ ਡਾਕੇ ਮਾਰਦੇ ਨੇ। ਫਿਰ ਜੋ ਬੱਚੇ ਖੇਡਦੇ ਅਸੀਂ ਇਹਨਾਂ ਨੂੰ ਵੇਖਦੇ ਰਹਿਣਾ, ਜੀ ਲੱਗਾ ਰਹਿੰਦਾ, ਜਿਹੜੀ ਖੜੀ ਜਾਂਦੀ। ਪੰਜਾਬ ਦੇ ਕਿਸੇ ਥਾਣੇ 'ਚ ਬੱਚਾ ਖੇਡ ਕੇ ਵਿਖਾਏ, ਜ਼ਰੂਰਤ ਹੀ ਨਹੀਂ ਪੈਣੀ ਕਿਸੇ ਦੀ ਥਾਣੇ ਵੜਨ ਦੀ। ਖੇਡਣਾ ਤਾਂ ਕਿਤੇ ਰਿਹਾ, ਖੇਡਣ ਦਾ ਕਿਤੇ ਰਿਹਾ। ਇਹੋ ਜਿਹੀ ਸਟੇਟਾਂ ਜਾ ਕੇ ਰਹਿਣਾ ਚਾਹੀਦਾ। ਪੰਜਾਬ ਦੇ ਲੁੱਚੇ ਲਫੰਗੇ ਜੇ ਇਕੱਠੇ ਹੋ ਗਏ ਲੋਕ, ਜਿੰਨੀ ਜ਼ਿਆਦਾ ਪੁਲਿਸ, ਇਹਦਾ ਮਤਲਬ ਉਨੇ ਹੀ ਲੋਕ ਲੁੱਚੇ ਲਫੰਗੇ। ਸਿੱਧਾ ਹਿਸਾਬ ਹੈ, ਜਿੰਨੀ ਜ਼ਿਆਦਾ ਪੁਲਿਸ, ਇਹਦਾ ਮਤਲਬ ਉੱਥੋਂ ਦੇ ਲੋਕ ਉਨੇ ਜ਼ਿਆਦਾ ਲੁੱਚੇ ਲਫੰਗੇ। ਤਾਂ ਹੀ ਇਹਨੇ ਪੁਲਿਸ ਰੱਖਣੀ ਪਈ। ਸ਼ਰੀਫਾਂ ਲਈ ਥੋੜ੍ਹੇ ਪੁਲਿਸ ਹੈ, ਇਹ ਤਾਂ ਲੁੱਚਿਆਂ ਲਫੰਗਿਆਂ ਲਈ ਹੈ।
ਚੋਰਾਂ ਡਕੈਤਾਂ ਤੋਂ ਬਚਾ ਲਈ ਹੈ। ਜਿੰਨੀ ਜ਼ਿਆਦਾ ਪੁਲਿਸ ਕਿਸੇ ਸਟੇਟ 'ਚ ਹੋਵੇਗੀ, ਉਸ ਤੋਂ ਸਾਫ਼ ਜ਼ਾਹਰ ਹੈ ਕਿ ਉੱਥੋਂ ਦੇ ਲੋਕ ਚੰਗੇ ਨਹੀਂ। ਅਤੇ ਦੁੱਖ ਇਸ ਗੱਲ ਦਾ ਹੈ ਕਿ ਪੰਜਾਬ 'ਚ ਸਿੱਖ ਕੌਮ ਜ਼ਿਆਦਾ ਰਹਿੰਦੀ ਹੈ ਅਤੇ ਇੰਨੀ ਪੁਲਿਸ ਹੈ। ਇਹਦਾ ਅਸੀਂ ਸਿੱਖ ਹੀ ਨਹੀਂ ਰਹੇ। ਅਸੀਂ ਬਰਾਏ ਨਾਮ ਦੇ ਸਿੱਖ, ਕੰਮ ਸਾਡੇ ਸਿੱਖਾਂ ਵਾਲੇ ਹੈ ਹੀ ਨਹੀਂ ਹੈਗੇ। ਨਹੀਂ, ਪੁਲਿਸ ਤੋਂ ਕੀ ਕਰਾਉਣਾ? ਜੇ ਤੁਸੀਂ ਚੋਰੀ ਨਹੀਂ ਕਰਦੇ, ਕੋਈ ਡਾਕਾ ਨਹੀਂ ਮਾਰਦੇ, ਕੋਈ ਠੱਗੀ ਨਹੀਂ ਕਰਦੇ, ਕੋਈ ਮਿਲਾਵਟ ਨਹੀਂ ਕਰਦੇ, ਕੋਈ ਧੋਖਾਧੜੀ ਨਹੀਂ ਕਰਦੇ, ਕੋਈ ਰਿਸ਼ਵਤ ਨਹੀਂ ਲੈਂਦੇ, ਕੋਈ ਨਸ਼ਾ ਵੇਚਦੇ ਨਹੀਂ, ਨਾ ਤੁਸੀਂ ਕਰਦੇ ਹੋ, ਨਾ ਤੁਸੀਂ ਬਦਫੈਲੀਆਂ ਕਰਦੇ ਹੋ, ਆਪਣਾ ਦੱਸਣ ਦੀ ਕਿਰਤ ਕਰਕੇ ਆਪਣਾ ਪਰਿਵਾਰ ਪਾਲ ਰਹੇ ਹੋ। ਪੁਲਿਸ ਨੇ ਤੁਹਾਨੂੰ ਕੀ ਕਹਿਣਾ? ਕੀ ਕਹਿਣਾ? ਹੋ ਸਕਦਾ ਸਾਡੇ 'ਚ ਕਿਸੇ ਨੇ ਅੱਜ ਤੱਕ ਇੰਨੀ ਉਮਰ ਤੱਕ ਥਾਣੇ ਨਾ ਵੇਖਿਆ, ਅੰਦਰ ਜਾ ਕੇ ਲੋੜ ਹੀ ਨਾ ਪਈ ਹੋਵੇ ਕਿਸੇ ਥਾਣੇ ਜਾਣ ਦੀ। ਹੁਣ ਕਿ ਸਿੱਖ ਸਿੱਖ ਹੀ ਨਹੀਂ ਰਿਹਾ, ਇਸ ਲਈ ਫਿਰ ਆ ਜੇਲਾਂ ਭਰੀਆਂ ਹੋਈਆਂ, ਕਚਹਿਰੀ ਜਾਓ ਤੇ ਕੁਰਬਲ ਕੁਰਬਲ ਹੋ ਰਹੀ ਹੁੰਦੀ। ਇੰਨੇ ਮੁਕੱਦਮੇ ਚੱਲ ਰਹੇ ਨੇ, ਇੰਨੇ ਮੁਕੱਦਮੇ ਚੱਲ ਰਹੇ ਨੇ, 6-6 ਮਹੀਨੇ ਤਰੀਕ ਹੀ ਨਹੀਂ ਪੈਂਦੀ ਕਿ ਮੁਕੱਦਮੇ ਹੀ ਇੰਨੇ ਜ਼ਿਆਦਾ ਨੇ। ਮੁਕੱਦਮੇ ਹੀ ਇਤਨੇ ਜ਼ਿਆਦਾ ਨੇ ਕਿ ਬਸ ਜਿਸ ਬੰਦੇ ਦੇ ਮੁਕੱਦਮਾ ਚੱਲ ਪਿਆ ਨਾ, ਸਮਝੋ ਅੱਧੀ ਉਮਰ ਦੀ ਗਈ। 25-25 30-30 ਸਾਲ ਫੈਸਲੇ ਹੀ ਨਹੀਂ ਹੋਣਾ। ਲੁੱਗੇ ਰੋ, ਵਕੀਲਾਂ ਨੂੰ ਪੈਸੇ ਦੇਈ ਜਾਓ, ਧੱਕੇ ਖਾਈ ਜਾਓ। ਸਵੇਰੇ 9 ਵਜੇ ਬਹਿ ਜਾਓ ਜਾਂ ਕਚਹਿਰੀ, ਸ਼ਾਮ ਦੇ 5 ਵਜੇ ਤੱਕ ਤੁਹਾਨੂੰ ਆਵਾਜ਼ ਹੀ ਨਹੀਂ ਪੈਣੀ, ਉੱਠ ਕੇ ਆ ਜਾਓ ਜੀ। ਕਿਉਂ? ਸਹੀ ਕਰਮ ਕਰੋ, ਲੋੜ ਹੀ ਨਾ ਪਵੇ। ਬਿਹਾਰ ਤੋਂ ਵੀ ਵੱਧ ਪੁਲਿਸ ਹੈ ਪੰਜਾਬ 'ਚ, ਅਫਸੋਸ ਹੁੰਦਾ ਹੈ। ਆਬਾਦੀ ਦੇ ਅਨੁਸਾਰ ਤੁਸੀਂ ਗਿਣਤੀ ਕਰੋ, ਆਬਾਦੀ ਦੇ ਅਨੁਸਾਰ ਬਿਹਾਰ ਤੋਂ ਵੀ ਵੱਧ ਪੁਲਿਸ ਪੰਜਾਬ 'ਚ ਹੈ। ਜਿਹਨਾਂ ਨੇ ਕਹਿੰਦੇ ਬਿਹਾਰੀਏ ਨੇ ਜੀ, ਲੁੱਚੇ ਲਫੰਗੇ ਨੇ ਜੀ, ਫਲਾਣੇ ਜੀ, ਇਹ ਹੈ ਜੀ, ਉਹ ਹੈ ਜੀ, ਹੈ ਉਹ ਤੋਂ ਵੱਧ ਪੁਲਿਸ ਪੰਜਾਬ 'ਚ। ਸੋ ਕਹਿੰਦੇ ਕਬੀਰ ਗਰਭ ਨਾ ਕੀਜੀਏ ਦੇਹੀ ਦੇਖ ਸੁਰੰਗ, ਸੋਹਣਾ ਸਰੀਰ ਵੇਖ ਕੇ ਹੰਕਾਰ ਨਹੀਂ ਕਰੀਦਾ ਹੁੰਦਾ। ਕਿਉਂਕਿ ਇਹ ਤੁਹਾਡੇ ਹੀ ਯਤਨ ਨਾਲ ਸੋਹਣਾ ਨਹੀਂ ਹੋਇਆ, ਇਹ ਤਾਂ ਤੁਹਾਨੂੰ ਜਨਮ ਤੇ ਮਿਲਿਆ ਹੋਇਆ ਹੈ। ਅਗਰ ਤੁਸੀਂ ਜਨਮ ਤੋਂ ਅੰਗਹੀਨ ਹੋ, ਸਵਾਦਾਂ ਤਾਂ ਅੰਗ ਪੂਰਾ ਕਰਕੇ ਵਿਖਾਓ, ਨਹੀਂ ਹੁੰਦਾ, ਨਹੀਂ ਹੁੰਦਾ। ਇਹ ਅੰਗ ਦਾਤੇ ਨੇ ਦਿੱਤੇ ਹੋਏ ਨੇ, ਰੰਗ ਰੂਪ ਉਸ ਨੇ ਦਿੱਤਾ ਹੋਇਆ ਹੈ, ਸੋਹਣਾ ਸਰੀਰ ਉਸ ਨੇ ਦਿੱਤਾ ਹੋਇਆ ਹੈ। ਇਸ ਲਈ ਸੋਹਣਾ ਸਰੀਰ ਵੇਖ ਕੇ ਹੰਕਾਰ ਨਹੀਂ ਕਰਨਾ। ਆਜ ਕਾਲ ਤਜ ਜਾਹੋਗੇ ਜਿਉਂ ਕਾਂਚਰੀ ਭੁਯੰਗ, ਜਿਵੇਂ ਸੱਪ ਕੁੰਝ ਲਾ ਦਿੰਦਾ ਨਾ, ਕੁੰਝ ਛੱਡ ਦੇ ਵਿੱਚੋਂ ਨਿਕਲ ਜਾਂਦਾ, ਐਂ ਕਹਿੰਦੇ ਤੁਹਾਡੇ ਵੀ ਆਤਮਾ ਨੇ ਇਸ ਸੋਹਣੇ ਸਰੀਰ ਨੇ ਇੱਕ ਦਿਨ ਛੱਡ ਜਾਣਾ, ਅੱਜ ਜਾਂ ਕੱਲ੍ਹ, ਸੂਨਰ ਲੇਟਰ ਆਤਮਾ ਨੇ ਸਰੀਰ 'ਚੋਂ ਨਿਕਲ ਜਾਣਾ। ਅਤੇ ਜਿਵੇਂ ਕੁੰਝ ਦੀ ਕੋਈ ਕੀਮਤ ਨਹੀਂ ਰਹਿੰਦੀ ਨਾ, ਇਸੇ ਤਰ੍ਹਾਂ ਸਰੀਰ ਦੀ ਕੋਈ ਕੀਮਤ ਨਹੀਂ ਰਹਿਣੀ। ਬਸ ਛੇਤੀ ਕਰੋ ਜੀ, ਦਿਨ ਨਾ ਕਿਤੇ ਛਿਪ ਜੇ, ਕਿਉਂਕਿ ਕਾਨੂੰਨ ਦੇ ਅਨੁਸਾਰ ਦਿਨ ਛਿਪਣ ਤੋਂ ਬਾਅਦ ਅਸੀਂ ਮੁਰਦਾ ਨਹੀਂ ਫੂਕ ਸਕਦੇ। ਜੇ ਰਾਤ ਨੂੰ ਮੁਰਦਾ ਫੂਕਦੇ ਹਾਂ, ਪੁਲਿਸ ਨੂੰ ਡਾਊਟ ਹੋ ਜਾਂਦਾ ਵੀ ਇਹਨਾਂ ਆਪ ਹੀ ਮਾਰ ਕੇ ਨਾ ਰਾਤ ਨੂੰ ਫੂਕੀ ਜਾਂਦੇ। ਇਸ ਲਈ ਮੜੀਆਂ ਵਾਲੇ ਰਾਤ ਨੂੰ ਮੁਰਦਾ ਫੂਕਣ ਦੀ ਆਗਿਆ ਨਹੀਂ ਦਿੰਦੇ ਨਾ ਜੀ। ਕਹਿੰਦੇ ਸਾਨੂੰ ਪੁਲਿਸ ਫੜ ਕੇ ਲੈ ਜਾਏਗੀ ਵੀ ਤੁਸੀਂ ਰਾਤ ਨੂੰ ਕਿਉਂ ਫੂਕਣ ਦਿੱਤਾ। ਕਹਿੰਦੇ ਜਿਵੇਂ ਸੱਪ ਕੁੰਝ ਛੱਲਾ ਹੁੰਦਾ ਹੈ, ਇਸ ਤਰ੍ਹਾਂ ਤੁਸੀਂ ਵੀ ਇੱਕ ਦਿਨ ਸਰੀਰ ਕਹਿੰਦੇ ਛੱਡ ਕੇ ਚਲੇ ਜਾਓਗੇ, ਫਿਰ ਕਾਹਦਾ ਇਹਦਾ ਹੰਕਾਰ ਕਰਨਾ। ਕਬੀਰ ਲੂਟਣਾ ਹੈ ਤਾਂ ਲੂਟ ਲੈ, ਕਿ ਪਤਾ ਸੀ ਉਹਨੂੰ ਲੁਟੇਰੇ ਨੇ। ਕਬੀਰ ਸਾਨੂੰ ਪਤਾ ਸੀ ਬਹੁਤ ਲੁਟੇਰੇ ਨੇ ਜਿਹੜੇ ਦੂਜਿਆਂ ਨੂੰ ਲੁੱਟਦੇ ਨੇ। ਕਬੀਰ ਲੂਟਣਾ ਹੈ ਤਾਂ ਲੂਟ ਲੈ। ਤ ਇਹ ਤੱਤਾ ਜਿਹੜਾ ਇਕੱਲਾ ਪੜ੍ਹਨਾ, ਤੱਤੇ ਦੀ ਆਵਾਜ਼ ਕੀ ਹੁੰਦੀ ਹੈ? ਤ। ਕੱਕੇ ਦੀ ਆਵਾਜ਼ ਕੀ ਹੁੰਦੀ ਹੈ? ਕ।
ਆਪਾਂ ਜਿਹੜੇ ਪੰਜਾਬ ਦੇ ਲੋਕ ਨਾ, ਆਪਾਂ ਕਹਿੰਦੇ ਕੈ ਖੈ ਗੈ ਗੈ ਹਿੰਦੀ ਵਾਲ ਕੇ, ਜਿਹਨੂੰ ਕਾ ਖਾ ਗਾ ਘਾ ਵੀ ਕਹਿੰਦੇ ਨੇ, ਹਿੰਦੀ ਵਾਲ ਕੇ ਕ ਖ ਗ ਘ ਇਹ ਕਹਿੰਦੇ ਨੇ। ਆਪਾਂ ਜਿਹੜੀ ਹਿੰਦੀ ਜਦੋਂ ਪੜ੍ਹਦੇ ਸੀ ਨਾ, ਜਿਹੜਾ ਟੀਚਰ ਪੜ੍ਹਾਉਂਦਾ ਕਿਸੇ ਨੂੰ ਕੈ ਖੈ ਗੈ ਘੈ ਪੜ੍ਹਾਉਂਦਾ ਸੀ, ਕਈ ਟੀਚਰ ਕਾ ਖਾ ਗਾ ਘਾ ਪੜ੍ਹਾਉਂਦੇ ਸਨ। ਅਸਲ ਉਚਾਰਨ ਹੈ ਕ ਖ ਗ ਘ ङ ਚ ਛ ਜ ਝ ঞ ਉਚਾਰਨ ਹੈ। ਇਸੇ ਤੱਤਾ ਦਾ ਉਚਾਰਨ ਹੈ ਤ, ਕਿਉਂਕਿ ਉਹਨੂੰ ਕੰਨਾ ਨਹੀਂ ਲੱਗਾ ਹੋਇਆ। ਜੇ ਕੰਨਾ ਲੱਗਾ ਹੁੰਦਾ ਤਾਂ ਇੱਥੇ ਸਾਨੂੰ ਬਿੰਦੀ ਲਾਉਣੀ ਪੈਣੀ ਸੀ ਤਾਂ ਕਿ ਤ ਮਤਲਬ ਉਹੀ ਹੈ। ਤੁਸੀਂ ਕੋਈ ਕੰਨਾ ਕਿਉਂ ਨਹੀਂ ਲਾਇਆ? ਜਿਹੜੀ ਕਵਿਤਾ ਹੁੰਦੀ ਹੈ ਨਾ, ਇਹਦੇ ਵਿੱਚ ਮਾਤਰਾਵਾਂ ਹੁੰਦੀਆਂ ਲਘੂ ਗੁਰੂ, ਛੋਟੀਆਂ ਮਾਤਰਾਵਾਂ, ਵੱਡੀ ਆਵਾਜ਼ ਵਾਲੀ ਮਾਤਰਾਵਾਂ, ਉਹਨਾਂ ਦਾ ਸਮਤੋਲ ਰੱਖਣਾ ਪੈਂਦਾ ਹੈ। ਇਸ ਲਈ ਕਈ ਥਾਂ 'ਤੇ ਮਾਤਰਾ ਦੀ ਲੋੜ ਨਹੀਂ, ਉੱਥੇ ਲਾਉਣੀ ਪੈਂਦੀ ਹੈ, ਅਤੇ ਕਈ ਥਾਵਾਂ 'ਤੇ ਲਾਉਣੀ ਪੈਂਦੀ, ਉੱਥੇ ਲਾਈ ਨਹੀਂ ਹੁੰਦੀ। ਕਈ ਥਾਵਾਂ ਜਿਵੇਂ ਤੁਸੀਂ ਗੁਰਬਾਣੀ ਦੇਖਣਾ, ਆੜਾ ਨੰਨਾ ਦੱਦਾ ਆਨੰਦ, ਅਤੇ ਕਿਤੇ ਲਿਖਿਆ ਆੜਾ ਨੰਨੇ ਦੇ ਟਿੱਪੀ ਦੱਦਾ ਆਨੰਦ। ਆਨੰਦ ਨੂੰ ਪੜ੍ਹਨਾ ਆਨੰਦ ਹੀ ਹੈ। ਟਿੱਪੀ ਕਿਉਂ ਨਹੀਂ ਲਾਈ ਗੁਰੂ ਮਹਾਰਾਜ ਨੇ? ਕਿਉਂਕਿ ਜੋ ਟਿੱਪੀ ਲਾਉਂਦੇ ਸਨ ਅਤੇ ਉਸ ਲਾਈਨ ਦੇ ਵਿੱਚ ਸਮਤੋਲ ਠੀਕ ਨਹੀਂ ਸੀ ਬੈਠਦਾ, ਇਸ ਲਈ ਉਹਨੇ ਟਿੱਪੀ ਨਹੀਂ ਲਾਈ। ਕਈ ਥਾਵਾਂ 'ਤੇ ਟਿੱਪੀ ਦੀ ਲੋੜ ਨਹੀਂ, ਪਾਉਣਾ ਮਨ। ਇੱਕ ਹੁੰਦਾ ਮਨ ਦਾ ਮੰਨਣਾ, ਮੇਰੀ ਗੱਲ ਮੰਨ। ਇੱਕ ਹੁੰਦਾ ਮਨ, ਅੱਜ ਮੇਰਾ ਮਨ ਉਦਾਸ ਹੈ। ਪਰ ਜਪਜੀ ਸਾਹਿਬ ਦੇ ਵਿੱਚ ਮਨ ਅਤੇ ਮਨ ਦੋਨਾਂ ਨੂੰ ਟਿੱਪੀ ਲਾਈ ਹੋਈ ਹੈ। ਨਹੀਂ, ਅਸੀਂ ਹੁਣ ਦੋਨਾਂ ਨੂੰ ਮਨ ਨਹੀਂ ਪੜ੍ਹਨਾ। ਇੱਕ ਦਾ ਮਤਲਬ ਮੰਨਣਾ, ਉਹਨੂੰ ਪੜ੍ਹਨਾ ਮਨ। ਦੂਜਾ ਹੈਗਾ ਮਨ, ਉਹਨੂੰ ਪੋਲਾ ਕਰਕੇ ਪੜ੍ਹਨਾ ਮਨ, ਭਾਵੇਂ ਉਸ 'ਤੇ ਟਿੱਪੀ ਲੱਗੀ ਹੋਈ ਹੈ। ਇਸ ਲਈ ਲਿਖਤ ਦੀਆਂ ਆਪਣੀਆਂ ਸੀਮਾਵਾਂ ਨੇ। ਬੋਲਣ ਵੇਲੇ ਉਸ ਤਰ੍ਹਾਂ ਨਹੀਂ ਬੋਲਣਾ ਹੁੰਦਾ, ਜਿਵੇਂ ਲਿਖਿਆ ਉਵੇਂ ਨਹੀਂ ਬੋਲਿਆ ਜਾਂਦਾ ਹੁੰਦਾ। ਕਈ ਕਹਿ ਰਹੇ ਨਹੀਂ ਜੀ, ਜਿਵੇਂ ਲਿਖਿਆ ਉਵੇਂ ਬੋਲੋ। ਉੱਥੇ ਤਾਂ ਸਤਨਾਮ ਲਿਖਿਆ, ਸੱਸਾ ਤੱਤੇ ਨੂੰ ਸਿਹਾਰੀ ਨੈਣ ਕੰਨਾ ਮੰਮੇ ਨੂੰ ਔਂਕੜ। ਫਿਰ ਜਿਵੇਂ ਲਿਖਿਆ ਜੀ ਉਵੇਂ ਬੋਲਣਾ, ਫਿਰ ਤਾਂ ਸਤੀ ਨਾਮੂ ਪੜ੍ਹਾਂਗੇ ਉਸਨੂੰ, ਫਿਰ ਉਸਨੂੰ ਸਤਨਾਮ ਨਹੀਂ ਪੜ੍ਹ ਸਕਦੇ, ਫਿਰ ਤਾਂ ਉਹਨੂੰ ਸਤੀ ਨਾਮੂ ਪੜ੍ਹਾਂਗੇ। ਲਿਖਿਆ ਸਤੀ ਨਾਮੂ ਹੈ, ਪੜ੍ਹਦੇ ਸਤਨਾਮ। ਕਿਉਂ ਪੜ੍ਹਦੇ ਆ? ਜਿਵੇਂ ਲਿਖਿਆ ਉਵੇਂ ਕਿਉਂ ਨਹੀਂ ਪੜ੍ਹਦੇ? ਲਿਖਤ ਅਤੇ ਪੜ੍ਹਨ 'ਚ ਫਰਕ ਹੁੰਦਾ ਹਮੇਸ਼ਾ। ਜਿਵੇਂ ਲਿਖਿਆ ਹੋਇਆ ਕਈ ਵਾਰੀ ਉਵੇਂ ਨਹੀਂ ਪੜ੍ਹਿਆ ਜਾਂਦਾ ਹੁੰਦਾ, ਇਹ ਖਿਆਲ ਰੱਖਣਾ। ਇੰਗਲਿਸ਼ ਹੈ ਹੀ ਇਜ਼ ਟਾਕਿੰਗ, TALKING ਹੁੰਦਾ ਨਾ। ਜੇ ਬੱਚੇ ਕਿ ਹੀ ਇਜ਼ ਟਾਲਕਿੰਗ, ਟੀਚਰ ਕਹਿ ਕਹਿੰਦੇ ਕਾਕਾ ਟਾਲਕਿੰਗ ਨਹੀਂ ਹੁੰਦਾ, ਐਲ ਨਹੀਂ ਇਸ ਬੋਲਦਾ, ਸਾਈਲੈਂਟ ਹੈ ਜੀ। ਜੇ ਬੋਲਦਾ ਨਹੀਂ ਫਿਰ ਲਾਇਆ ਕਿਉਂ ਹੈ? ਵੀ ਜੇ ਨਹੀਂ ਬੋਲਦਾ ਫਿਰ ਲਾਇਆ ਕਿਉਂ ਹੈ? ਇਹ ਇੱਕ ਲਿਖਣ ਢੰਗ ਹੈ, ਲਿਖਣ ਢੰਗ। ਹੁਣ ਲਗਾ ਨੇ 10 ਲਗਾ ਨੇ। ਊੜੇ ਨੂੰ ਤੁਸੀਂ ਦੇਖੋ, ਆਪਾਂ ਜਿਹੜੀ ਮੁਹਾਰਨੀ ਹੈ ਉਸ ਤੋਂ ਪਤਾ ਲੱਗੇ ਊੜੇ ਨੂੰ ਕਿਹੜੀਆਂ ਲਗਾ ਲੱਗਦੀਆਂ, ਆੜੇ ਨੂੰ ਕਿਹੜੀਆਂ ਲੱਗਦੀਆਂ, ਈੜੀ ਨੂੰ ਕਿਹੜੀਆਂ ਲੱਗਦੀਆਂ। ਆ ਏ ਈ ਓ ਊ ਏ ਐ ਓ ਔ। ਹੁਣ ਇਹ 'ਚ ਊੜੇ ਦੇ ਅੱਡ ਕਰ ਲਓ, ਊੜੇ ਨੂੰ ਕਿਹੜੀਆਂ ਲੱਗੀਆਂ, ਬਸ ਇਹੀ ਇੰਨੀਆਂ ਲੱਗਣੀਆਂ ਨੇ, ਫਾਲਤੂ ਨਹੀਂ ਲੱਗਣੀ, ਫਾਲਤੂ ਨਹੀਂ ਲੱਗਣੀ। ਊੜੇ ਨੂੰ ਸਿਹਾਰੀ ਨਹੀਂ ਲੱਗਦੀ, ਊੜੇ ਨੂੰ ਬਿਹਾਰੀ ਨਹੀਂ ਲੱਗਦੀ, ਊੜੇ ਨੂੰ ਕਨੌੜਾ ਨਹੀਂ ਲੱਗਦਾ, ਨਹੀਂ ਲੱਗਦਾ। ਇਸ ਲਈ ਇਸੇ ਤਰ੍ਹਾਂ ਆੜਾ ਹੈ, ਆੜੇ ਨੂੰ ਲਾਂ ਨਹੀਂ ਲੱਗਦੀ, ਲੇਕਿਨ ਦਲਾਵਾਂ ਲੱਗਣਗੀਆਂ। ਆੜੇ ਨੂੰ ਔਂਕੜ ਵੀ ਨਹੀਂ ਲੱਗਦਾ, ਆੜੇ ਨੂੰ ਹੇਠਾਂ ਦਲੈਂਕੜ ਵੀ ਨਹੀਂ ਲੱਗਦੇ, ਆੜੇ ਨੂੰ ਸਿਹਾਰੀ ਵੀ ਨਹੀਂ ਲੱਗਦੀ, ਆੜੇ ਨੂੰ ਵਿਹਾਰੀ ਵੀ ਨਹੀਂ ਲੱਗਦੀ। ਮੁਹਾਰ ਨਹੀਂ ਹੈ। ਅੱਜ ਕੱਲ੍ਹ ਪੜ੍ਹਾਈ ਵੀ ਨਹੀਂ ਜਾਂਦੀ, ਸਿਰਫ ਬੱਚੇ ਨੂੰ ਪਤਾ ਹੀ ਨਹੀਂ ਵੀ ਊੜੇ ਨੂੰ ਕੀ ਲੱਗਦਾ, ਆੜੇ ਨੂੰ ਕੀ ਲੱਗਦਾ, ਈੜੇ ਨੂੰ ਕੀ ਲੱਗਦਾ। ਉਹਨੂੰ ਪੁੱਛ ਲਓ ਵੀ
ਮਾਤਨ ਦੱਸੋ ਊੜੇ ਨੂੰ ਕਿਹੜੀ ਕਿਹੜੀ ਲੱਗਦੀ ਹੈ। ਉਹ ਜਿਹੜੀ ਪਹਿਲੀ ਲਾਈਨ ਹੀ ਹੈ ਆ ਏ ਓ ਊ, ਭਾਵੇਂ ਸਾਡਾ ਊੜਾ ਆੜਾ ਈੜੀ ਹੈ, ਧਿਆਨ ਦੇਣਾ, ਸਾਡਾ ਊੜਾ ਆੜਾ ਈੜੀ ਸੱਸਾ ਹਾਹਾ ਇਹ ਰਪੈਤੀ, ਪਰ ਜਦੋਂ ਮੁਹਾਰ ਨਹੀਂ ਹੈ ਆ ਪਹਿਲਾਂ ਆੜਾ ਹੈ, ਪਹਿਲਾਂ ਊੜਾ ਨਹੀਂ ਹੈ, ਆੜਾ ਹੈ, ਆ ਏ ਫਿਰ ਈੜੀ ਹੈ, ਫਿਰ ਓ ਫਿਰ ਊੜਾ ਹੈ, ਪਹਿਲਾਂ ਆੜਾ ਹੈ ਫਿਰ ਈੜੀ ਹੈ ਫਿਰ ਊੜਾ ਹੈ। ਪਰ ਜਦੋਂ ਉਂਝ 35 ਆਪਾਂ ਪੜ੍ਹਦੇ ਹਾਂ ਫਿਰ ਕਹਿੰਦੇ ਊੜਾ ਆੜਾ ਈੜੀ ਫਿਰ ਇਹ ਪੜ੍ਹਦੇ। ਸੋ ਇਸ ਲਈ ਜਿਵੇਂ ਲਿਖਿਆ ਹੁੰਦਾ ਉਵੇਂ ਨਹੀਂ ਪੜ੍ਹਿਆ ਜਾਂਦਾ ਹੁੰਦਾ, ਇਹ ਖਿਆਲ ਰੱਖਣਾ ਹਮੇਸ਼ਾ। ਕਿਤੇ ਟਿੱਪੀ ਬੋਲਦੀ ਹੈ, ਕਿਤੇ ਨਹੀਂ ਬੋਲਦੀ ਹੈ। ਸੋ ਕਬੀਰ ਸਾਹਿਬ ਕਹਿੰਦੇ, ਕਬੀਰ ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੈ ਪਛਤਾਹੋਗੇ, ਪ੍ਰਾਣ ਜਾਹੇਂਗੇ ਛੂਟ। ਕਬੀਰ ਸਾਹਿਬ ਕਹਿੰਦੇ ਲੁੱਟਣਾ ਹੀ ਹੈ ਤਾਂ ਰਾਮ ਦਾ ਨਾਮ ਲੁੱਟੋ। ਲੋਕਾਂ ਨੂੰ ਕਿਉਂ ਲੁੱਟਦੇ ਹੋ? ਉਹਨਾਂ ਦੇ ਪੈਸੇ ਕਿਉਂ ਲੁੱਟਦੇ ਹੋ? ਉਹਨਾਂ ਦਾ ਸਮਾਨ ਕਿਉਂ ਲੁੱਟਦੇ ਹੋ? ਲੁੱਟਣ ਦਾ ਰਾਮ ਨਾਮ ਲੁੱਟੋ, ਰਾਮ ਨਾਮ ਲੁੱਟੋ, ਰਾਮ ਨਾਮ ਇਕੱਠਾ ਕਰੋ। ਕਬੀਰ ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ। ਰਾਮ ਨਾਮ ਦੀ ਲੁੱਟ ਪੈ ਗਈ ਹੈ, ਕਹਿੰਦੇ ਲੁੱਟ ਲਓ, ਫਿਰ ਪਾਛੈ ਪਛਤਾਹੋਗੇ, ਪ੍ਰਾਣ ਜਾਹੇਂਗੇ ਛੂਟ। ਜਦੋਂ ਪ੍ਰਾਣ ਨਿਕਲ ਗਏ ਸਰੀਰ 'ਚੋਂ ਫਿਰ ਮਗਰੋਂ ਪਛਤਾਓਗੇ ਵੀ ਓਹੋ ਅਸੀਂ ਰਾਮ ਦਾ ਨਾਮ ਹੀ ਨਹੀਂ ਲੁੱਟਿਆ, ਲੁੱਟ ਪਈ ਹੋਈ ਸੀ, ਲੁੱਟ ਲੈਂਦੇ। ਭਾਵ ਨਾਮ ਜਪੋ, ਜੇ ਨਹੀਂ ਜਪੋਗੇ ਫਿਰ ਕਹਿੰਦੇ ਪਿੱਛੇ ਪਛਤਾਉਣਾ ਪਏਗਾ। ਕਿਉਂ? ਫਿਰ ਜਦੋਂ ਜਮਦੂਤ ਵਿੱਚੋਂ ਸਰੀਰ ਦੇ ਵਿੱਚ ਸੂਖਸ਼ਮ ਸਰੀਰ ਕੱਢ ਕੇ ਲਿਜਾਣਗੇ ਨਾ, ਫਿਰ ਕੁਟਾਪਾ ਹੋਵੇਗਾ। ਉਹ ਕਹਿਣਗੇ ਨਾਮ ਕਿਉਂ ਨਹੀਂ ਜਪਿਆ? ਫਿਰ ਪਛਤਾਉਂਦਾ ਬੰਦਾ। अब पछताए क्या होत, जब चिड़ियाँ चुग गई खेत। चिड़ियाँ खेत चुग गई हैं, हुण पछताउण दा क्या फायदा? हुण पछताउण दा कोई फायदा नहीं। हर चीज़ दा समा हुंदा। ये मनुखा जीवन एक समा सानू मिलिया होया है, परमात्मा दी भजन बंदगी करके परमात्मा नू मिलण दा ये समय। फिर पता नहीं समा मिले ना मिले, की गारंटी है? कोई गारंटी नहीं। नानक कद आवे वारी, पता नहीं फिर मनुखा जीवन की वारी कदों होनी है। हुण वारी आई हुई है, हुण इहदा लाभ उठा लेना चाहिए है। सो सत्कारयोग साध संगत जी, जिन्ना भी समा मिले भजन बंदगी जरूर करनी है। जिन्ने ऋषि मुनि पीर पैगंबर संसार चाहे सारिਆਂ ने कहा सवेरे सवेरे भजन बंदगी करो। उन्होंने पता सी दिने काम धंधा करना, दिने काम धंधा करना है, भजन बंदगी लिए टाइम नहीं। रात को वेले सिर सौ जाओ, सवेरे वेले सिर उठ के घंटा 2 घंटे भजन बंदगी करो, फिर अपने काम धंधे ते जाओ, फिर जाओ अपने काम धंधे। सत्कारयोग साध संगत जी, वाहिगुरू जी का खालसा, वाहिगुरू जी की फतेह।